हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਪੰਜਾਬੀ ਦਾ ਇੱਕ ਇੰਪੋਰਟੈਂਟ ਟੌਪਿਕ ਕਰਾਂਗੇ, ਛੰਦ। ਤਾਂ ਇਹ ਜੋ ਟੌਪਿਕ ਹੈ ਇਸ ਨੂੰ ਪੂਰਾ ਡਿਟੇਲ ਦੇ ਵਿੱਚ ਸਮਝਾਂਗੇ। ਪਹਿਲਾਂ ਤਾਂ ਇਸ ਦੇ ਨਾਲ ਰਿਲੇਟਡ ਕੁਝ ਮਹੱਤਵਪੂਰਨ ਤੱਤ ਹੋਣਗੇ, ਉਹ ਸਮਝਾਂਗੇ। ਇਸ ਤੋਂ ਬਾਅਦ ਆਪਾਂ ਇਕੱਲੀ ਕਿਸਮ ਨੂੰ ਸਮਝਾਂਗੇ ਅਤੇ ਪੂਰੀ ਵਿਆਖਿਆ ਇਸ ਕਲਾਸ ਦੇ ਵਿੱਚ ਅੱਜ ਹੋਏਗੀ। ਤਾਂ ਇਸ ਕਲਾਸ ਨੂੰ ਵਧੀਆ ਜੀ ਲਾ ਕੇ ਸੁਣਿਓ, ਧਿਆਨ ਨਾਲ ਸੁਣਿਓ। ਕਾफ़ੀ ਚੀਜ਼ਾਂ ਨੇ ਜਿਹੜੀਆਂ ਮਤਲਬ ਤੁਹਾਨੂੰ ਦਿਮਾਗ ਨੂੰ ਪੂਰਾ ਕੌਨਸੈਂਟਰੇਸ਼ਨ ਕਰਕੇ ਫਿਰ ਸਮਝਦੇ ਜਾਣਗੀਆਂ, ਤਾਂ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰਿਓ। ਪਹਿਲਾਂ ਆਪਾਂ ਸਮਝਦੇ ਹਾਂ ਵੀ ਛੰਦ ਹੁੰਦਾ ਕੀ ਹੈ। ਕਵਿਤਾ ਵਿੱਚ ਮਾਤਰਾ ਜਾਂ ਵਰਨਾਂ ਦੀ ਖਾਸ ਵਿਉਂਤ ਨਾਲ ਜੋ ਸੁਰ, ਤਾਲ ਅਤੇ ਤੁਕਾਂਤ ਮੇਲ ਹੁੰਦਾ ਹੈ, ਉਹ ਛੰਦ ਹੈ। ਮਤਲਬ ਇੱਕ ਵਿਉਂਤਬੰਦੀ ਹੈ ਕਾਹਦੀ? ਵਰਨਾਂ ਦੀ, ਮਾਤਰਾਵਾਂ ਦੀ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੁਝ ਮਹੱਤਵਪੂਰਨ ਤੱਤ ਨੇ, ਜਿਵੇਂ ਕਿ ਵਰਨ ਦਾ ਅਰਥ ਅੱਖਰ। ਠੀਕ ਹੈ, ਜਿਵੇਂ ਹੁਣ ਕੋਈ ਦੇਖੋ ਆਪਾਂ ਲਿਖ ਲਿਆ ਇੱਥੇ ਸ਼ਬਦ ਤੱਤ, ਤਾਂ ਇਹ ਕੀ ਹੈ? ਅੱਖਰ ਹੈ। ਠੀਕ ਹੈ ਜੀ। ਹੁਣ ਇਸ ਅੱਖਰ ਨੂੰ ਕਿੰਨੀਆਂ ਲਗਾਂ ਲੱਗੀਆਂ ਹੋਈਆਂ ਨੇ, ਉਹਨਾਂ ਲਗਾਂ ਨੂੰ ਆਪਾਂ ਗਿਣਿਆ ਕਰਾਂਗੇ, ਕਿਹੜੀ ਇਹਦੇ 'ਚ ਲਘੂ ਵਰਨ ਹੈ। ਠੀਕ ਹੈ, ਫਿਰ ਆਪਾਂ ਉਸ ਦੇ ਇਸ 'ਤੇ ਕਿਆ ਕਰਾਂਗੇ, ਕਿਹੜਾ ਗੁਰੂ ਵਰਨ ਹੈ। ਤਾਂ ਇਹਦੇ 'ਚ ਆਪਾਂ ਮਾਤਰਾਵਾਂ ਨੂੰ ਗਿਣਿਆ ਕਰਾਂਗੇ, ਜਿਵੇਂ ਇਹ ਕੀ ਹੈ? ਇਹ ਮਾਤਰ ਹੈ, ਇਹਦੇ ਨਾਲ ਮੁਕਤਾ ਮਾਤਰ ਹੈ। ਤਾਂ ਉਹ ਮਾਤਰਾਵਾਂ ਨੂੰ ਆਪਾਂ ਗਿਣਿਆ ਕਰਾਂਗੇ, ਗਿਣਤੀ ਕਰਿਆ ਕਰਾਂਗੇ। ਠੀਕ ਹੈ, ਤਾਂ ਉਹ ਮਾਤਰਾ ਹੋਇਆ ਕਰੇਗੀ। ਉਹ ਵੀ ਆਪਾਂ ਅੱਗੇ ਡਿਸਕਸ ਕਰਾਂਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਲਗਾਂ ਦੀ। ਲਗਾਂ ਕਿਹੜੀਆਂ ਹੁੰਦੀਆਂ ਨੇ? ਦੇਖੋ 10 ਲਗਾਂ ਹੁੰਦੀਆਂ ਨੇ। ਠੀਕ ਹੈ, ਅਤੇ 3 ਜਿਹੜੇ ਉਹ ਲਗਾਖਰ ਨੇ, ਇਹਨਾਂ ਨੂੰ ਡਿਸਕਸ ਕਰਾਂਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਗੁਰੂ ਅਤੇ ਲਘੂ, ਇਹਨੂੰ ਆਪਾਂ ਡਿਟੇਲ ਦੇ 'ਚ ਸਮਝਾਂਗੇ। ਤਾਂ ਆਪਾਂ ਸਭ ਤੋਂ ਪਹਿਲਾਂ ਸਮਝਦੇ ਹਾਂ ਤੁਕ ਦਾ ਅਰਥ ਹੁੰਦਾ ਸਤਰ ਜਾਂ ਕਹਿ ਲਓ ਇੱਕ ਲਾਈਨ। ਠੀਕ ਹੈ, ਛੰਦ ਦੀ ਪੂਰੀ ਸਤਰ ਜਾਂ ਪੰਕਤੀ ਨੂੰ ਤੁਕ ਕਿਹਾ ਜਾਂਦਾ ਹੈ। ਜਿਵੇਂ ਦੇਖੋ ਇਹ ਜਿੱਥੇ ਡੰਡੀ ਪੂਰਨ ਵਿਸ਼ਰਾਮ ਆ ਗਿਆ, ਇੱਥੇ ਇੱਕ ਤੁਕ ਪੂਰੀ ਹੋ ਗਈ, ਤਾਂ ਇਹ ਸਾਰੀ ਪਹਿਲੀ ਲਾਈਨ ਕੀ ਹੋ ਗਈ ਜੀ? ਇੱਕ ਤੁਕ ਪੂਰੀ ਹੋ ਗਈ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਸ ਨੂੰ ਆਪਾਂ ਤੁਕ ਕਿਹਾ, ਪੂਰੀ ਲਾਈਨ ਕਿਹਾ। ਜਿੱਥੇ ਪੂਰਨ ਵਿਸ਼ਰਾਮ ਆਇਆ ਉਸ ਨੂੰ ਆਪਾਂ ਇੱਕ ਪੂਰੀ ਤੁਕ ਕਹਾਂਗੇ। ਠੀਕ ਹੈ ਜੀ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਗਣ। ਇੱਕ ਸ਼ਬਦ ਹੈ ਗਣ। ਛੰਦ ਸ਼ਾਸਤਰ ਵਿੱਚ ਅੱਖਰਾਂ ਜਾਂ ਮਾਤਰਾਵਾਂ ਦੇ ਸਮੂਹ ਨੂੰ ਗਣ ਆਖਦੇ ਨੇ। ਤਾਂ ਸਿੰਪਲ ਇੱਕ ਚੀਜ਼ ਯਾਦ ਕਰੋ ਗਣ ਬਾਰੇ, ਹੋਰ ਕੁਛ ਨਹੀਂ ਕਰਨਾ। ਇਹ ਛੰਦ ਦੀ ਚਾਲ, ਠੀਕ ਹੈ, ਜਿਹੜੀ ਛੰਦ ਦੀ ਚਾਲ ਹੈ ਉਹ ਗਣ ਦੇ ਕਰਕੇ ਬਣਦੀ ਹੈ। ਤਾਂ ਬਸ ਇਸ ਨੂੰ ਇੱਦਾਂ ਯਾਦ ਰੱਖਿਓ, ਅੱਖਰਾਂ ਜਾਂ ਮਾਤਰਾਵਾਂ ਦਾ ਉਹ ਇਕੱਠ ਜਿਨ੍ਹਾਂ ਅਨੁਸਾਰ ਛੰਦ ਦੀ ਚਾਲ ਬਣਦੀ ਹੈ। ਤਾਂ ਗਣ ਦਾ ਕੀ ਕੰਮ ਹੈ? ਛੰਦ ਦੀ ਚਾਲ ਬਣਾਉਣਾ। ਠੀਕ ਹੈ। ਤਾਂ ਵੈਸੇ ਇੰਨਾ ਡੀਪਲੀ ਕੁਐਸਚਨ ਤੁਹਾਨੂੰ ਨਹੀਂ ਆਉਂਦਾ, ਡਾਇਰੈਕਟ ਤੁਹਾਨੂੰ ਛੰਦ ਦੇ ਉੱਤੇ ਸਵਾਲ ਬਣ ਸਕਦਾ ਹੈ। ਠੀਕ ਹੈ, ਮਤਲਬ ਸਾਰੇ ਪੇਪਰਾਂ 'ਚ ਲਗਭਗ 1-2 ਜਿਵੇਂ ਕੋਈ ਲੈਕਚਰਾਰ, ਮਾਸਟਰ ਕੇਡਰ, ਇਹਨਾਂ ਨੂੰ ਛੱਡ ਕੇ 1-2 ਮਤਲਬ ਵਧੀਆ ਲੈਵਲ ਦੇ ਪੇਪਰਾਂ ਨੂੰ ਛੱਡ ਕੇ ਬਾਕੀ ਸਾਰੇ ਪੇਪਰਾਂ ਦੇ ਵਿੱਚ ਲਗਭਗ ਤੁਹਾਨੂੰ ਹੇਠਾਂ ਹੀ ਕੁਐਸਚਨ ਰਹੇਗਾ। ਤਾਂ ਛੰਦਬੰਦੀ ਵਿੱਚ ਕਵਿਤਾ ਦੀ ਤੁਕ ਅਤੇ ਜਿੱਥੇ ਠਹਿਰਾਓ ਆਉਂਦਾ ਹੈ ਤੁਕ ਦੇ ਉਸ ਹਿੱਸੇ ਨੂੰ ਚਰਨ ਕਿਹਾ ਜਾਂਦਾ। ਚਰਨ ਦਾ ਮਤਲਬ ਇੱਕ ਹਿੱਸਾ ਹੈ। ਜਿਵੇਂ ਇੱਥੇ ਦੇਖੋ ਆਪਾਂ ਨੇ ਇੱਕ ਇੱਥੇ ਇਹ ਸਾਰੀ ਇੱਥੇ ਤੱਕ ਕੀ ਬਣ ਗਈ ਸੀ? ਇੱਕ ਤੁਕ ਬਣ ਗਈ ਸੀ, ਪਰ ਇੱਥੇ ਵਿਸ਼ਰਾਮ ਆ ਗਏ ਸੀ, ਤਾਂ ਇਹ ਪਹਿਲਾ ਚਰਨ ਹੋ ਗਿਆ, ਇਹ ਦੂਸਰਾ ਚਰਨ ਹੋ ਗਿਆ। ਤਾਂ ਇਸ ਦੇ ਵਿੱਚ ਇਹ ਸਾਰੀ ਕੀ ਹੈ? ਤੁਕ ਹੈ। ਇਹ ਸਾਰੀ ਇੱਕ ਤੁਕ ਸੀ, ਪਰ ਇਸ ਦੇ 'ਚ ਚਰਨ 2 ਨੇ, ਮਤਲਬ ਕਿ 2 ਹਿੱਸੇ ਨੇ। ਠੀਕ ਹੈ, ਵੈਸੇ ਚਰਨ ਦਾ ਅਰਥ ਆਪਾਂ ਪੈਰ ਕਹਿ ਸਕਦੇ ਹਾਂ, ਪਰ ਇੱਥੇ ਚਰਨ ਦਾ ਅਰਥ ਇੱਕ ਹਿੱਸਾ। ਠੀਕ ਹੈ ਜੀ, ਇੱਦਾਂ ਇਹਨੂੰ ਤੁਸੀਂ ਯਾਦ ਰੱਖੋਗੇ। ਨੈਕਸਟ ਆਪਾਂ ਗੱਲ ਕਰਦੇ ਹਾਂ ਤੁਕਾਂਤ। ਤਾਂ ਜਿਹੜਾ ਤੁਕਾਂਤ ਸ਼ਬਦ ਹੈ ਉਹ ਕਿਵੇਂ ਬਣਿਆ? ਤੁਕ ਪਲੱਸ ਅੰਤ। ਤੁਕ ਦੇ ਅੰਤ ਵਾਲਾ ਜਿਹੜਾ ਸ਼ਬਦ ਹੈ ਉਹ ਕੀ ਹੈ? ਤੁਕਾਂਤ ਹੈ। ਠੀਕ ਹੈ, ਬਸ ਇਹਨੂੰ ਇੱਦਾਂ ਯਾਦ ਰੱਖੋ। ਇਹ ਦੇਖੋ ਇਹਨੂੰ ਸਮਝਦੇ ਹਾਂ, ਤੁਕ ਪਲੱਸ ਅੰਤ ਦੇ ਮੇਲ ਤੋਂ ਬਣੀ ਸ਼ਬਦ ਤੁਕਾਂਤ ਦਾ ਅਰਥ ਤੁਕ ਦਾ ਆਖਰੀ ਸ਼ਬਦ ਤੋਂ ਹੈ। ਇਹ ਤੁਕਾਂਤ ਮੇਲ ਵੀ ਹੋ ਸਕਦਾ ਹੈ, ਵੀ ਮੇਲ ਵੀ ਹੋ ਸਕਦਾ ਹੈ। ਤਾਂ ਇਹਦੇ ਵਿੱਚ ਸਮਝੋ, ਦੇਖੋ ਜੀ ਇਹ ਆਪਾਂ ਨੇ ਕੀ ਪੜ੍ਹਿਆ? ਇੱਕ ਇਹਦੇ 'ਚ 2 ਤੁਕਾਂ ਨੇ। ਦੇਖੋ ਤੁਕ ਕਿਹੜੀ ਸੀ? ਇੱਥੋਂ ਤੱਕ ਜਿੱਥੇ ਡੰਡੀ ਲੱਗ ਗਈ। ਤਾਂ ਰੰਜ਼ਾਨੀ ਸ਼ਬਦ ਜਿਹੜਾ ਇਹ ਕੀ ਹੈ? ਲਾਸਟ ਸ਼ਬਦ ਹੈ ਇਸ ਤੁਕ ਦਾ। ਤਾਂ ਇਸ ਦਾ ਲਾਸਟ ਸ਼ਬਦ ਕੀ ਹੈ? ਪਾਣੀ। ਤਾਂ ਹੁਣ ਰੰਜ਼ਾਨੀ ਅਤੇ ਪਾਣੀ ਇਹ ਕੀ ਨੇ? ਦੋਨੋਂ ਤੁਕਾਂਤ ਨੇ, ਮਤਲਬ ਕਿ ਤੁਕ ਦੇ ਅੰਤ ਵਾਲੇ ਸ਼ਬਦ ਨੇ। ਠੀਕ ਹੈ ਜੀ। ਤਾਂ ਅੰਤ ਵਾਲੇ ਸ਼ਬਦ ਨੂੰ ਤੁਕ ਪਲੱਸ ਅੰਤ, ਇਹਨੂੰ ਯਾਦ ਰੱਖਿਓ ਵੀ ਅੰਤ ਵਾਲਾ ਸ਼ਬਦ। ਠੀਕ ਹੈ, ਤੁਕ ਦੇ ਅੰਤ ਵਾਲਾ ਸ਼ਬਦ ਕੀ ਹੋ ਗਿਆ? ਤੁਕਾਂਤ ਹੋ ਜਾਏਗਾ। ਤਾਂ ਇਸ ਤਰੀਕੇ ਨਾਲ ਆਪਾਂ ਸਮਝ ਲਿਆ। ਵਿਸ਼ਰਾਮ ਦਾ ਤਾਂ ਸਿੰਪਲ ਜਿਹੀ ਚੀਜ਼ ਹੈ, ਮਤਲਬ ਜਿੱਥੇ ਠਹਿਰਾਓ ਪੈਦਾ ਕਰਨ ਲਈ ਆਪਾਂ ਕੁਝ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ, ਉਹ ਵਿਸ਼ਰਾਮ ਹੈ। ਠੀਕ ਹੈ ਜੀ, ਜਿਵੇਂ ਕਿ ਕੌਮਾ ਲਗਾਇਆ ਹੋ ਸਕਦਾ ਹੈ, ਡੰਡੀ ਲਗਾਈ ਹੋ ਸਕਦੀ ਹੈ। ਇਹ ਤਾਂ ਸਿੰਪਲ ਜਿਹੀ ਚੀਜ਼ ਹੈ, ਬਸ ਤੁਸੀਂ ਜਾਣਦੇ ਹੋ। ਨੈਕਸਟ ਗੱਲ ਆ ਗਈ ਤੁਕਾਂਗ। ਤੁਕਾਂਗ ਇਹ ਇੱਕ ਅਲੱਗ ਚੀਜ਼ ਹੈ ਜੀ। ਇਹ ਕਿਵੇਂ ਬਣਿਆ? ਤੁਕ ਪਲੱਸ ਅੰਗ, ਮਤਲਬ ਇਹ ਕੀ ਹੋਊਗਾ? ਤੁਕ ਦਾ ਇੱਕ ਅੰਗ ਹੋਊਗਾ। ਵਿਸ਼ਰਾਮ ਚਿੰਨ੍ਹ ਦੇ ਹਿਸਾਬ ਨਾਲ ਇਹ ਪਤਾ ਲੱਗਦਾ ਹੈ, ਮਤਲਬ ਇੱਕ ਵਿਸ਼ਰਾਮ ਆ ਗਿਆ ਤਾਂ ਉਹ ਇੱਕ ਅੰਗ ਹੋ ਗਿਆ, ਅਗਲਾ ਫਿਰ ਵਿਸ਼ਰਾਮ ਆ ਗਿਆ ਉਹ ਇੱਕ ਅੰਗ ਹੋ ਗਿਆ। ਤਾਂ ਇਸ ਤਰੀਕੇ ਨਾਲ ਆਪਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਤੁਕ ਪਲੱਸ ਅੰਗ। ਇਹ ਅਲੱਗ-ਅਲੱਗ ਚੀਜ਼ਾਂ ਨੇ। ਤੁਕਾਂਤ ਕੀ ਹੈ? ਤੁਕ ਪਲੱਸ ਅੰਤ। ਤੁਕਾਂਗ ਕੀ ਹੈ? ਮਤਲਬ ਗੱਗਾ ਹੈ, ਮਤਲਬ ਅੰਗ। ਠੀਕ ਹੈ, ਇਹ ਕੀ ਸੀ? ਅੰਤ। ਇਹ ਤਾਂ ਅੰਗ ਹੈ, ਤੁਕ ਦਾ ਅੰਗ। ਇਹ ਕੀ ਸੀ? ਤੁਕ ਦਾ ਅੰਤ। ਠੀਕ ਹੈ, ਮਤਲਬ ਅੰਤ ਵਾਲਾ ਸ਼ਬਦ। ਤਾਂ ਆਪਾਂ ਕੁਝ ਨਿਯਮ ਸਮਝਦੇ ਹਾਂ। ਇਸ ਨਿਯਮ ਦੇ ਬੇਸ 'ਤੇ ਆਪਾਂ ਇਹ ਛਾਂਟਿਆ ਕਰਾਂਗੇ ਵੀ ਕਿਹੜਾ ਜਿਹੜਾ ਉਹ ਲਘੂ ਵਰਨ ਹੈ, ਕਿਹੜਾ ਜਿਹੜਾ ਉਹ ਮਤਲਬ ਗੁਰੂ ਵਰਨ ਹੈ। ਤੁਸੀਂ ਇੱਕ ਚੀਜ਼ ਯਾਦ ਕਰੋ, ਜਿਹੜੀਆਂ ਲਗਾ ਮਾਤਰਾਵਾਂ ਨੇ, ਠੀਕ ਹੈ ਜੀ, ਉਹ 10 ਨੇ।
ਲਗਾ ਮਾਤਰਾਵਾਂ ਆਪਾਂ 10 ਮੰਨਦੇ ਹਾਂ ਬੇਸਿਕਲੀ। ਇਸ 10 ਦੇ ਵਿੱਚੋਂ 3 ਨੇ ਜਿਹੜੀਆਂ ਉਹ ਲਘੂ ਨੇ, 3 ਜਿਹੜੀਆਂ ਉਹ ਦੀਰਘ ਨੇ। ਠੀਕ ਹੈ, ਤਾਂ ਦੀਰਘ ਉਹ ਹੁੰਦੇ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਆਵਾਜ਼ ਲੰਮੀ ਜਾਊਗੀ, ਲਘੂ ਉਹ ਹੋਣਗੇ ਜਿਹਨਾਂ ਦੀ ਉਚਾਰਨ ਵੇਲੇ ਆਵਾਜ਼ ਨੀਵੀਂ ਜਾਊਗੀ। ਤਾਂ ਜਿਹੜੀਆਂ ਦੀਰਘ ਨੇ ਉਹਨਾਂ ਨੂੰ ਇੱਥੇ ਆਪਾਂ ਨੇ ਗੁਰੂ ਕਹਿਤਾ। ਠੀਕ ਹੈ, ਕਿਉਂਕਿ ਉਹਦੇ ਵਿੱਚ ਜ਼ਿਆਦਾ ਨੇ, ਉਹਨਾਂ ਨੂੰ ਆਪਾਂ 2 ਗਿਣਿਆ ਕਰਾਂਗੇ, ਗੁਰੂ ਨੂੰ ਆਪਾਂ 2 ਮਾਤਰਾਵਾਂ ਗਿਣਿਆ ਕਰਾਂਗੇ ਅਤੇ ਲਘੂ ਦੀ ਆਪਾਂ 1 ਮਾਤਰਾ ਗਿਣਿਆ ਕਰਾਂਗੇ। ਠੀਕ ਹੈ ਜੀ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਤਾਂ ਦੇਖੋ ਜੀ, ਲਘੂ ਵਰਨ ਸਮਝਦੇ ਹਾਂ ਪਹਿਲਾਂ ਆਪਾਂ। ਇੱਕ ਟਰਮ ਹੈਗੀ ਲਘੂ ਵਰਨ। ਤਾਂ ਜੋ ਲਘੂ ਵਰਨ ਹੈ ਇਹਦੀ ਆਪਾਂ ਗਿਣਤੀ 1 ਕਰਿਆ ਕਰਾਂਗੇ। ਇਹਦੇ ਵਿੱਚ ਕਿੰਨੀ ਮਾਤਰਾ ਗਿਣਿਆ ਕਰਾਂਗੇ? 1 ਮਾਤਰਾ ਗਿਣਿਆ ਕਰਾਂਗੇ। ਜਿਵੇਂ ਕਿ ਦੇਖੋ, ਮੁਕਤਾ ਲਘੂ ਹੈ, ਸਿਹਾਰੀ ਲਘੂ ਹੈ, ਔਂਕੜ ਲਘੂ ਹੈ। ਠੀਕ ਹੈ ਜੀ, ਤਾਂ ਇਹ ਕੀ ਨੇ? ਸਭ ਲਘੂ ਨੇ। ਤਾਂ ਲਘੂ ਮਾਤਰਾ, ਲਘੂ ਲਗਾਨ ਇਹ। ਠੀਕ ਹੈ, ਤਾਂ ਉਸ ਦੇ ਬੇਸ 'ਤੇ ਆਪਾਂ ਇਸ ਨੂੰ ਲਘੂ ਵਰਨ ਕਹਿਤਾ। ਜਿਵੇਂ ਇਹ ਹੈ ਦੇਖੋ, ਸੱਸੇ ਨੂੰ ਸਿਹਾਰੀ ਹੈ ਤਾਂ ਇਹਨੂੰ ਆਪਾਂ 1 ਗਿਣਾਂਗੇ। 1 ਇਹਦੇ ਲਈ ਇੱਕ ਚਿੰਨ੍ਹ ਵਰਤਿਆ ਜਾਂਦਾ ਇੱਦਾਂ ਸਿੰਪਲ, ਜਿਵੇਂ ਆਈ ਹੁੰਦੀ ਹੈ ਐਵੇਂ ਇੱਕ ਚਿੰਨ੍ਹ ਹੈ ਇਹ ਚਿੰਨ੍ਹ। ਠੀਕ ਹੈ, ਸਿੰਪਲ ਇੱਕ ਚਿੰਨ੍ਹ ਜਿਹਾ ਵਰਤ ਲਿਆ ਜਾਂਦਾ, ਮਤਲਬ 1 ਵਾਂਗੂ, ਆਈ ਵਾਂਗੂ ਕਹਿ ਲਓ। ਠੀਕ ਹੈ, ਇੰਗਲਿਸ਼ ਦੀ ਆਈ ਵਾਂਗੂ। ਠੀਕ ਹੈ, ਤਾਂ ਇਸ ਤਰੀਕੇ ਨਾਲ ਜਿਵੇਂ ਹੁਣ ਇੱਥੇ ਸਮਝੋ, ਇੱਥੇ ਕੀ ਸੀ? ਸੱਸੇ ਨੂੰ ਸਿਹਾਰੀ ਲੱਗੀ ਸੀ, ਤਾਂ ਸੱਸੇ ਦੇ ਨਾਲ ਆਪਾਂ ਨੇ 1 ਮਾਤਰਾ ਗਿਣੀ। 1 ਮਾਤਰਾ ਇੱਥੇ ਗਿਣ ਲਈ। ਦੱਦਾ ਮੁਕਤ ਹੈ, ਇਹਨੂੰ ਵੀ 1 ਮਾਤਰਾ ਗਿਣ ਲਿਆ, ਕਿਉਂਕਿ ਮੁਕਤਾ, ਸਿਹਾਰੀ ਅਤੇ ਔਂਕੜ ਤਿੰਨਾਂ ਨੂੰ 1 ਗਿਣਨਾ ਆਪਾਂ ਨੇ। ਤਾਂ ਸਿਹਾਰੀ ਨੂੰ ਵੀ 1 ਗਿਣ ਲਿਆ, ਅਤੇ ਉਸ ਤੋਂ ਬਾਅਦ ਮੁਕਤੇ ਨੂੰ ਵੀ 1 ਗਿਣ ਲਿਆ, ਅਤੇ ਇਹ ਕੱਕਾ ਵੀ ਮੁਕਤ ਹੈ ਇਹਨੂੰ ਵੀ 1 ਗਿਣ ਲਿਆ। ਤਾਂ ਇਸ ਤਰੀਕੇ ਨਾਲ ਕੁੱਲ ਮਿਲਾ ਕੇ ਆਪਣੇ ਕੋਲ ਕੀ ਹੋ ਗਿਆ? 1 2 3। ਤਾਂ ਸਿਦਕ ਸ਼ਬਦ ਦੇ ਵਿੱਚ ਮਾਤਰਾਵਾਂ ਕਿੰਨੀਆਂ ਹੋ ਗਈਆਂ ਆਪਣੇ ਕੋਲ? 3 ਹੋ ਗਈਆਂ। ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਗਿਣਨਾ ਹੋਇਆ ਕਰੇਗਾ। ਠੀਕ ਹੈ ਜੀ, ਮੈਂ ਫਿਰ ਤੋਂ ਦੱਸ ਦਿੰਦਾ। ਮੁਕਤਾ, ਸਿਹਾਰੀ ਅਤੇ ਔਂਕੜ ਇਹਨਾਂ ਨੂੰ 1 ਗਿਣਨਾ ਹੈ, ਇਹਨਾਂ ਨੂੰ 1 ਗਿਣਨਾ ਹੈ। ਅਤੇ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਇੱਥੇ ਸਮਝਦੇ ਆਪਾਂ ਕਿ ਜਿਵੇਂ ਹੁਣ ਸਿਰ ਸ਼ਬਦ ਹੈ ਤਾਂ ਇਹਦੇ 'ਚ ਸੱਸੇ ਨੂੰ ਸਿਹਾਰੀ ਹੈ, ਸਿਹਾਰੀ ਨੂੰ ਕੀ ਗਿਣਨਾ? 1 ਗਿਣਨਾ। ਇਸ ਤੋਂ ਬਾਅਦ ਰਾਰਾ ਮੁਕਤ ਹੈ, ਇਹਨੂੰ 1 ਗਿਣਨਾ। ਤਾਂ ਹੁਣ ਇਹਨੂੰ ਵੀ 1 ਗਿਣ ਲਿਆ, ਇਹਨੂੰ ਵੀ 1 ਗਿਣ ਲਿਆ। ਤਾਂ ਸਿਰ ਸ਼ਬਦ ਦੀਆਂ ਮਾਤਰਾਵਾਂ ਕਿੰਨੀਆਂ ਹੋ ਗਈਆਂ? 2 ਹੋ ਗਈਆਂ। ਤਾਂ ਕੁੱਲ ਮਿਲਾ ਕੇ ਇੱਦਾਂ ਆਪਾਂ ਨੂੰ ਮਾਤਰਾਵਾਂ ਗਿਣਨੀਆਂ ਪਿਆ ਕਰਨੀਆਂ। ਜਿਹੜੇ ਮਾਤਰਕ ਛੰਦ ਹੋਣਗੇ, ਜਿਹੜੇ ਵਰਨਿਕ ਛੰਦ ਹੋਣਗੇ, ਉਹਨਾਂ 'ਚ ਆਪਾਂ ਵਰਨ ਯਾਨੀ ਕਿ ਅੱਖਰ ਗਿਣਿਆ ਕਰਾਂਗੇ। ਠੀਕ ਹੈ ਜੀ, ਤਾਂ ਸਿੰਪਲ ਇਹ ਤਾਂ ਆਪਾਂ ਨੇ ਲਘੂ ਵਰਨ ਤਾਂ ਸਮਝ ਲਿਆ, ਪਰ ਜਿਹੜਾ ਅੱਗੇ ਗੁਰੂ ਹੈ ਉਸ ਨੂੰ ਧਿਆਨ ਨਾਲ ਸਮਝਿਓ। ਗੁਰੂ ਦੇ ਵਿੱਚ ਆਪਣੇ ਕੋਲ 7 ਹੋ ਗਏ, ਜਿਹੜੀਆਂ ਮਤਲਬ ਲਗਾਂ 10 ਨੇ। 3 ਆਪਾਂ ਲਘੂ ਦੇ ਵਿੱਚ ਗਿਣ ਲਈਆਂ, ਦੀਰਘ ਦੇ ਵਿੱਚ ਆਪਾਂ 7 ਗਿਣਦੇ ਹੁੰਦੇ। ਉਹ ਦੀਰਘ ਤੋਂ ਬਣਿਆ ਗੁਰੂ ਵਰਨ। ਗੁਰੂ ਨੂੰ ਆਪਾਂ ਨੇ 2 ਗਿਣਨਾ ਹੁੰਦਾ, ਇਹਨਾਂ ਦੀ ਗਿਣਤੀ 2 ਕਰਨੀ ਹੁੰਦੀ ਹੈ। ਜਿਵੇਂ ਹੁਣ ਦੇਖੋ, ਕਿਸੇ ਵੀ ਅੱਖਰ ਨੂੰ ਸਿਹਾਰੀ ਲੱਗੀ ਸੀ ਤਾਂ ਆਪਾਂ ਨੇ ਕੀ ਕਿਹਾ ਸੀ? ਉਹਨੂੰ 1 ਗਿਣਨਾ। ਤਾਂ ਕਿਸੇ ਵੀ ਅੱਖਰ ਨੂੰ ਬਿਹਾਰੀ ਲੱਗੀ ਤਾਂ ਉਹਨੂੰ 2 ਗਿਣਨਾ। 2 ਗਿਣੋਗੇ ਜਾਂ ਤਾਂ 2 ਗਿਣਤੀ ਲਿਖ ਲਿਆ ਕਰੋ, ਪਰ ਇਹਦੇ ਲਈ ਇੱਕ ਐਸ ਵਰਗਾ ਚਿੰਨ੍ਹ ਵਰਤਿਆ ਜਾਂਦਾ। ਇੰਗਲਿਸ਼ ਦੇ ਐਸ ਵਰਗਾ ਇੱਕ ਚਿੰਨ੍ਹ ਵਰਤਿਆ ਜਾਂਦਾ, ਐਵੇਂ ਡਾਇਰੈਕਟ ਜਲਦੀ ਯਾਦ ਕਰਨ ਦੇ ਲਈ। ਠੀਕ ਹੈ ਜੀ, ਐਸ ਵਰਗਾ ਇੱਕ ਚਿੰਨ੍ਹ ਵਰਤਿਆ ਜਾਂਦਾ ਹੈ। ਤਾਂ ਕਿਸੇ ਅੱਖਰ ਨੂੰ ਵਿਹਾਰੀ ਲੱਗੀ ਹੋਵੇ ਤਾਂ ਤੁਸੀਂ ਕੀ ਗਿਣੋਗੇ? ਇਸ ਨੂੰ। ਠੀਕ ਹੈ ਜੀ, ਇਸ ਨੂੰ 2 ਗਿਣੋਗੇ। ਦੇਖੋ, ਵਿਹਾਰੀ ਲੱਗੀ ਹੈ ਤਾਂ 2 ਗਿਣੋਗੇ, ਇਹ 2 ਹੈ, ਇਹ ਇਸ ਦਾ ਮਤਲਬ। ਠੀਕ ਹੈ, ਅਤੇ ਦੁਲੈਂਕੜ ਲੱਗੀ ਹੈ 2 ਗਿਣੋਗੇ, ਦੁਲਾਵਾਂ ਲੱਗਿਆ 2 ਗਿਣੋਗੇ, ਹੋੜਾ ਲੱਗਿਆ 2 ਗਿਣੋਗੇ, ਘਨੌੜਾ ਲੱਗਿਆ 2 ਗਿਣੋਗੇ, ਲਾਂ ਲੱਗਿਆ ਤਾਂ 2 ਗਿਣੋਗੇ, ਕੰਨਾ ਲੱਗਿਆ ਤਾਂ 2 ਗਿਣੋਗੇ। ਤਾਂ ਇਹ 7 ਲਗਾਂ ਇਹ ਹੋ ਗਈਆਂ ਜਿਹਨਾਂ ਨੂੰ ਆਪਾਂ ਦੀਰਘ ਆਖਦੇ ਹਾਂ, ਅਤੇ ਇਹਨਾਂ ਨੂੰ ਆਪਾਂ ਨੇ 2 ਗਿਣਨਾ। ਅਤੇ ਇਸ ਤੋਂ ਬਿਨਾਂ ਆਪਣੇ ਕੋਲ 3 ਲਘੂ ਮਾਤਰਾਵਾਂ ਸੀ, ਉਹਨੂੰ ਆਪਾਂ ਨੇ 1 ਗਿਣਨਾ। ਤਾਂ ਸਮਝ ਗਏ? ਤਾਂ ਹੁਣ ਜਿਵੇਂ ਮੈਂ ਤੁਹਾਨੂੰ ਇਹਦੀ ਇੱਕ ਉਦਾਹਰਨ ਦਿੰਦਾ, ਫਿਰ ਇਹ ਚੀਜ਼ ਹੋਰ ਵੀ ਕਲੀਅਰ ਹੋ ਪਾਏਗੀ। ਤਾਂ ਦੇਖੋ ਜੀ, ਜਿਵੇਂ ਸ਼ਬਦ ਹੈ ਇੱਥੇ ਆਪਾਂ ਨੇ ਗੁਰੂ ਸ਼ਬਦ ਹੈ, ਤਾਂ ਗੁਰੂ ਸ਼ਬਦ ਦੀਆਂ ਆਪਾਂ ਨੇ ਮਾਤਰਾਵਾਂ ਗਿਣਨੀਆਂ ਨੇ। ਗੱਗੇ ਨੂੰ ਔਂਕੜ ਲੱਗੇ ਹੈ, ਤਾਂ ਔਂਕੜ ਵਾਲੀ ਨੂੰ ਕੀ ਸਮਝਿਆ ਸੀ ਆਪਾਂ ਨੇ? 1 ਗਿਣਨਾ। ਠੀਕ ਹੈ, ਅਤੇ ਇੱਥੇ ਰਾਰੇ ਨੂੰ ਕੀ ਲੱਗੇ? ਦੁਲੈਂਕੜ ਲੱਗੇ। ਮੈਂ ਇਹਦਾ ਕਲਰ ਚੇਂਜ ਕਰ ਲੈਣਾ। ਤਾਂ ਦੇਖੋ ਜੀ, ਇਹਦਾ ਮੈਂ ਕਲਰ ਚੇਂਜ ਕਰਕੇ ਤੁਹਾਨੂੰ ਦੱਸਦਾ ਥੋੜ੍ਹਾ ਜਿਹਾ। ਇੱਥੇ ਇਹਦੇ ਵਿੱਚ ਕੀ ਹੋਏਗਾ? ਇਹਦੇ ਵਿੱਚ ਗੱਗੇ ਨੂੰ ਔਂਕੜ ਲੱਗੇ ਹੈ ਤਾਂ ਇਹਨੂੰ 1 ਗਿਣਨਾ। ਠੀਕ ਹੈ ਜੀ, ਅਤੇ ਰਾਰੇ ਨੂੰ ਦੁਲੈਂਕੜ ਲੱਗੇ, ਇਹਨੂੰ 2 ਗਿਣਨਾ। ਤਾਂ ਹੁਣ ਕੁੱਲ ਮਿਲਾ ਕੇ ਗੁਰੂ ਸ਼ਬਦ ਦੇ ਵਿੱਚ ਮਾਤਰਾਵਾਂ ਕਿੰਨੀਆਂ ਹੋ ਗਈਆਂ? 1 + 2 3 ਹੋ ਗਈਆਂ। ਤਾਂ ਕਿੰਨੀਆਂ ਹੋ ਗਈਆਂ? 3 ਹੋ ਗਈਆਂ। ਇਸੇ ਤਰ੍ਹਾਂ ਵਰਨ ਇਹ ਮੁਕਤ ਹੈ, 1 ਗਿਣਨਾ। ਅੱਗੇ ਰਾਰਾ ਵੀ ਮੁਕਤ ਹੈ, 1 ਗਿਣਨਾ। ਨੰਨਾ ਵੀ ਮੁਕਤ ਹੈ, 1 ਗਿਣਨਾ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਕੁੱਲ ਮਿਲਾ ਕੇ ਆਪਾਂ ਇਸ ਦੀਆਂ ਮਾਤਰਾਵਾਂ ਜਿਹੜੀਆਂ ਉਹ ਗਿਣਨੀਆਂ ਹੁੰਦੀਆਂ ਨੇ। ਤਾਂ ਲਗਾਂ ਤਾਂ ਆਪਾਂ ਨੇ ਸਮਝ ਲਿਆ। ਹੁਣ ਲਗਾਖਰ ਨੇ ਜਿਹੜੇ ਉਹ ਪੰਗਾ ਪਾਉਂਦੇ ਨੇ, ਥੋੜ੍ਹਾ ਜਿਹਾ ਟਿਪੀਕਲ ਕੰਮ ਇਹਨਾਂ ਦਾ ਹੋ ਜਾਂਦਾ ਹੈ। ਠੀਕ ਹੈ, ਪਰ ਤੁਸੀਂ ਘਬਰਾਓ ਨਾ। 1 2 ਤਰ੍ਹਾਂ ਉਰਾਂ ਪਰਾਂ ਹੋਣ 'ਤੇ ਛੰਦ ਦੀ ਕਿਸਮ ਨਹੀਂ ਬਦਲੇਗੀ, ਕਿਉਂਕਿ ਉਹਦੇ 'ਚ ਕਾਫੀ ਡਿਫਰੈਂਸ ਨੇ ਉਹਨਾਂ ਦੇ ਕਿਸਮਾਂ ਦੇ ਵਿੱਚ। ਠੀਕ ਹੈ, ਤਾਂ ਉਹਦੇ 1 2 ਉਰਾਂ ਪਰਾਂ ਤਾਂ ਹੋਣ ਦੇ ਨੇ। ਠੀਕ ਹੈ, ਹੋ ਜਾਂਦੇ ਨੇ, ਕੋਈ ਵੱਡੀ ਗੱਲ ਨਹੀਂ। ਠੀਕ ਹੈ, ਤਾਂ ਇਹ ਜਿਹੜਾ ਚਿੰਨ੍ਹ ਹੈ ਇਹ ਗੁਰੂ ਵਰਨ ਨੂੰ ਦਰਸਾਉਣ ਦੇ ਲਈ ਵਰਤਿਆ ਜਾਂਦਾ। ਠੀਕ ਹੈ, ਗੁਰੂ ਜਿਹੜੀ ਮਤਲਬ ਵੱਡੀ ਮਾਤਰਾ ਉਸ ਨੂੰ ਦੇ ਲਈ ਵਰਤਿਆ ਜਾਂਦਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਲਗਾਖਰ, ਬਿੰਦੀ, ਟਿੱਪੀ, ਅੱਧ ਕੇ। ਇਹਨਾਂ ਲਈ ਕੁਝ ਸਪੈਸ਼ਲ ਨਿਯਮ ਨੇ। ਇਹ ਸਪੈਸ਼ਲ ਨਿਯਮ ਸਮਝੋ ਜੀ। ਇਹ ਸਪੈਸ਼ਲ ਨਿਯਮਾਂ ਦੀ ਪਤਾ ਕਿਉਂ ਲੋੜ ਪਈ? ਤੁਸੀਂ ਹੁਣ ਸਮਝੋ, ਜਿਵੇਂ ਇੱਥੇ ਸ਼ਬਦ ਆਪਾਂ ਕੋਈ ਐਗਜ਼ਾਮਪਲ ਲੈਣੇ, ਜਿਵੇਂ ਤੂੰ ਸ਼ਬਦ ਦੀ ਉਦਾਹਰਨ ਲੈਣੇ ਆਪਾਂ। ਇੱਥੇ ਆਪਾਂ ਉਦਾਹਰਨ ਲੈਣੇ, ਤੂੰ ਸ਼ਬਦ ਲਿਖਦੇ ਹਾਂ ਇੱਥੇ। ਹੁਣ ਇੱਥੇ ਤੁਸੀਂ ਦੱਸੋ
ਵੀ ਮੈਂ ਕੀ ਕਰ ਲਿਆ, ਦੋ ਲੈਂਕੜ ਲਗਾ ਲਈ, ਤੱਤੇ ਨੂੰ ਆਪਾਂ ਨੇ ਕੀ ਲਗਾ ਲਿਆ, ਦੋ ਲੈਂਕੜ ਲਗਾ ਲਿਆ। ਦੋ ਲੈਂਕੜ ਦੀਆਂ ਆਪਾਂ ਨੇ ਕਿੰਨੀਆਂ ਗਿਣੀਆਂ ਸੀ, ਗੁਰੂ ਹੈ ਤਾਂ ਇਸ ਦੀਆਂ ਦੋ ਗਿਣੀਆਂ ਸੀ। ਕਿੰਨੀਆਂ ਗਿਣੀਆਂ ਸੀ ਜੀ, ਇਸ ਦੀਆਂ ਆਪਾਂ ਨੇ ਦੋ ਗਿਣੀਆਂ ਸੀ। ਹੁਣ ਤੁਸੀਂ ਕਹੋਗੇ ਉੱਤੇ ਟਿੱਪੀ ਹੈ, ਇਹਦੀਆਂ ਵੀ ਦੋ ਗਿਣ ਦਿੰਦੇ ਹਾਂ, ਤੁਸੀਂ ਬਣਾ ਦੋਗੇ ਚਾਰ, ਤਾਂ ਇਹ ਹੋ ਜੂਗੀ ਗੜਬੜ, ਕਿਉਂਕਿ ਇੱਥੇ ਵਰਨ ਕਿੰਨੇ ਸੀ, ਇੱਕ ਵਰਨ ਸੀ, ਅੱਖਰ ਕਿੰਨਾ ਸੀ, ਇੱਕ ਸੀ। ਤਾਂ ਇੱਕ ਵਰਨ ਦੀਆਂ ਆਪਾਂ ਦੋ ਤੋਂ ਵੱਧ ਮਾਤਰਾਵਾਂ ਗਿਣ ਹੀ ਨਹੀਂ ਸਕਦੇ, ਮਤਲਬ ਕਿ ਇੱਕ ਅੱਖਰ ਦੀਆਂ ਆਪਾਂ ਘੱਟੋ ਘੱਟ ਇੱਕ, ਠੀਕ ਹੈ, ਅਤੇ ਵੱਧੋ ਵੱਧ ਆਪਾਂ ਦੋ ਗਿਣਦੇ ਹਾਂ। ਤਾਂ ਇੱਦਾਂ ਤੁਸੀਂ ਇਹਨੂੰ ਯਾਦ ਰੱਖਿਓ ਵੀ ਇੱਕ ਅੱਖਰ ਦੀ ਆਪਾਂ ਕੀ ਕਰਾਂਗੇ, ਚਾਰ ਨਹੀਂ ਬਣਾ ਦੇਣੀਆਂ, ਠੀਕ ਹੈ, ਇੱਦਾਂ ਨਹੀਂ ਕਰਨਾ, ਇਹਨੂੰ ਚਾਰ ਨਹੀਂ ਬਣਾ ਦੇਣੀਆਂ। ਤਾਂ ਇਹਨੂੰ ਆਪਾਂ ਨੇ ਥੋੜ੍ਹਾ ਜਿਹਾ ਧਿਆਨ ਨਾਲ ਸਮਝਣਾ, ਦੇਖੋ ਕਿਵੇਂ ਕਰੋ ਅਸੀਂ। ਹੁਣ ਤੂੰ ਸ਼ਬਦ ਆ ਗਿਆ, ਤੁਸੀਂ ਕੀ ਕਰੋ, ਇੱਥੇ ਗੁਰੂ ਆ ਗਿਆ ਨਾ, ਮਤਲਬ ਜਿਹੜਾ ਇਹ ਦੁਲੈਂਕੜ ਹੈ ਇਹ ਗੁਰੂ ਹੈ, ਤਾਂ ਇਹਨੂੰ ਦੋ ਗਿਣ ਲਿਆ, ਬਸ ਦੋ ਨਾਲ ਹੀ ਕੰਮ ਖਤਮ ਹੋ ਗਿਆ। ਉੱਪਰ ਮਾਤਰਾ ਇਹਨੂੰ ਲਗਾਖਰ ਨੂੰ ਗਿਣਨਾ ਹੀ ਨਹੀਂ। ਇਸੇ ਤਰ੍ਹਾਂ ਸ਼ਬਦ ਹੈ ਜਿਵੇਂ ਮੈਂ ਸ਼ਬਦ ਹੈ, ਇੱਥੇ ਤੁਸੀਂ ਦੁਲਾਮ ਹੈ, ਦੁਲਾਮੇ ਨੂੰ ਆਪਾਂ ਗੁਰੂ ਗਿਣਦੇ ਹਾਂ, ਤਾਂ ਇਹਦੀਆਂ ਦੋ ਮਾਤਰਾਵਾਂ ਗਿਣਤੀਆਂ, ਬਿੰਦੀ ਨੂੰ ਗਿਣਨ ਦੀ ਲੋੜ ਹੀ ਨਹੀਂ। ਤਾਂ ਜਿਹੜੀ ਬਿੰਦੀ ਹੈ ਉਹਨੂੰ ਗੁਰੂ ਦੇ ਨਾਲ ਗਿਣਨਾ ਹੀ ਨਹੀਂ, ਠੀਕ ਹੈ। ਇਸੇ ਤਰ੍ਹਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਤਾਂ ਲਗਾਖਰ ਨੇ ਜਿਹੜੇ ਮਤਲਬ ਉਹ ਜਦੋਂ ਕਿਸੇ ਮਾਤਰਾ ਨਾਲ ਆਉਣਗੇ ਤਾਂ ਉਸ ਮਾਤਰਾ ਨੂੰ ਆਪਾਂ ਗਿਣ ਸਕਦੇ ਹਾਂ, ਠੀਕ ਹੈ। ਤਾਂ ਤੁਸੀਂ ਇਹਨਾਂ ਨੂੰ ਨਾ ਗਿਣਿਆ ਕਰੋ, ਕਿਉਂਕਿ ਤਿੰਨ ਨਹੀਂ ਬਣਾ ਦੇਣੀਆਂ, ਠੀਕ ਹੈ। ਤੁਸੀਂ ਨੇ ਕੀ ਕਰਨਾ, ਇਹ ਚੀਜ਼ ਦਾ ਧਿਆਨ ਰੱਖਣਾ, ਕਿਤੇ ਤੁਸੀਂ ਉਹਦੇ ਤਿੰਨ ਬਣਾ ਦਿਓ ਚੱਕ ਕੇ, ਠੀਕ ਹੈ। ਇੱਦਾਂ ਨਹੀਂ ਬਣਾਉਣਾ। ਜਿਵੇਂ ਨੂੰ ਸ਼ਬਦ ਹੈ, ਮੈਂ ਤੁਹਾਨੂੰ ਦੁਬਾਰਾ ਇੱਕ ਹੋਰ ਐਗਜ਼ਾਮਪਲ ਦਿੰਦਾ, ਜਿਵੇਂ ਨੂੰ ਸ਼ਬਦ ਹੈ, ਤਾਂ ਹੁਣ ਨੂੰ ਸ਼ਬਦ ਨੂੰ ਆਪਾਂ ਦੇਖਦੇ ਹਾਂ, ਮਤਲਬ ਇੱਥੇ ਵਰਨ ਕਿੰਨਾ, ਇੱਕ ਵਰਨ ਹੈ, ਤਾਂ ਇੱਕ ਵਰਨ ਦੀ ਵੱਧ ਤੋਂ ਵੱਧ ਕਿੰਨੀਆਂ ਮਾਤਰਾਵਾਂ ਹੋ ਸਕਦੀਆਂ ਨੇ, ਦੋ। ਤਾਂ ਆਪਾਂ ਨੇ ਸਿਰਫ ਗੁਰੂ ਵਾਲੀ ਗਿਣਨੀ ਹੈ, ਅਤੇ ਉੱਪਰ ਜਿਹੜੀ ਮਤਲਬ ਟਿੱਪੀ ਸੀ ਇਹਨੂੰ ਛੱਡ ਹੀ ਦੇਣਾ ਹੈ, ਠੀਕ ਹੈ। ਤਾਂ ਇੱਦਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖੋਗੇ, ਕਿਉਂਕਿ ਇੱਕ ਅੱਖਰ ਦੀਆਂ, ਬਸ ਇਹ ਚੀਜ਼ ਨੂੰ ਧਿਆਨ 'ਚ ਰੱਖੋ, ਇੱਕ ਅੱਖਰ ਦੀਆਂ ਦੋ ਤੋਂ ਵੱਧ ਮਾਤਰਾਵਾਂ ਆਪਾਂ ਗਿਣ ਨਹੀਂ ਸਕਦੇ। ਸ਼ਬਦ ਦੀਆਂ ਨਹੀਂ ਮੈਂ ਕਹਿ ਰਿਹਾ, ਮੈਂ ਇੱਕ ਵਰਨ ਦੀਆਂ ਕਹਿ ਰਿਹਾ, ਇੱਕ ਅੱਖਰ ਦੀਆਂ ਕਹਿ ਰਿਹਾ ਵੀ ਦੋ ਤੋਂ ਵੱਧ ਮਾਤਰਾਵਾਂ ਨਹੀਂ ਗਿਣਨੀਆਂ। ਦੋ ਤੋਂ ਵੱਧ ਆਉਂਦੀਆਂ ਨੇ ਤਾਂ ਛੱਡ ਦਿਓ, ਘੱਟੋ ਘੱਟ ਇੱਕ ਹੈਗੀ ਹੈ ਤਾਂ ਇੱਕ ਗਿਣ ਦਿਓ, ਦੋ ਨੇ ਦੋ, ਜੇ ਦੋ ਤੋਂ ਵੱਧ ਦੀਆਂ ਤਿੰਨ ਨੇ ਚਾਰ ਨੇ ਤਾਂ ਉਹਨਾਂ ਨੂੰ ਛੱਡੇ ਦਿਓ, ਠੀਕ ਹੈ ਜੀ। ਵੈਸੇ ਕੀ ਹੁੰਦਾ ਹੈ, ਜ਼ਿਆਦਾਤਰ ਆਪਾਂ ਕੇਸਿਸ ਦੇ ਵਿੱਚ ਕੀ ਮੰਨਦੇ ਹਾਂ ਕਿ ਜਿਹੜੀ ਟਿੱਪੀ ਅੱਧ ਕੇ ਇਹਨੂੰ ਆਪਾਂ ਕਾਹਦੇ 'ਚ ਗਿਣਦੇ ਹਾਂ ਜੀ, ਗੁਰੂ 'ਚ ਗਿਣਦੇ ਹਾਂ, ਠੀਕ ਹੈ। ਤਾਂ ਗੁਰੂ ਦੇ 'ਚ ਇਹਨੂੰ ਗਿਣਦੇ ਹਾਂ, ਪਰ ਇਸ ਚੀਜ਼ ਦਾ ਧਿਆਨ ਰੱਖਿਓ, ਬਿੰਦੀ ਨੂੰ ਆਪਾਂ ਨੇ ਗਿਣਨਾ ਨਹੀਂ ਹੁੰਦਾ, ਮਤਲਬ ਇਹਨਾਂ ਨੂੰ ਗਿਣਨਾ ਨਹੀਂ ਹੁੰਦਾ ਜਦੋਂ ਇਹ ਗੁਰੂ ਦੇ ਨਾਲ ਲੱਗ ਗਿਆ, ਮਤਲਬ ਕਿ ਕਿਸੇ ਇਹਦੇ ਨਾਲ ਲਗਾਂ ਦੇ ਨਾਲ ਲੱਗ ਗਿਆ ਤਾਂ ਲਗਾਖਰ ਨੂੰ ਗਿਣੋ ਹੀ ਨਾ, ਠੀਕ ਹੈ। ਅਤੇ ਵੈਸੇ ਇਹਨਾਂ ਨੂੰ ਆਪਾਂ ਨੇ ਕਾਹਦੇ 'ਚ ਗਿਣਨਾ ਹੈਗਾ, ਗੁਰੂ ਦੇ 'ਚ ਗਿਣਨਾ ਹੁੰਦਾ, ਠੀਕ ਹੈ। ਤਾਂ ਇਹ ਥੋੜ੍ਹੀ ਜਿਹੀ ਟਿਪੀਕਲ ਪੁਆਇੰਟ ਸੀ, ਠੀਕ ਹੈ। ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ। ਬਾਕੀ ਟੈਨਸ਼ਨ ਨਾ ਲਓ ਤੁਸੀਂ, ਮੈਂ ਜਿਵੇਂ ਤੁਹਾਨੂੰ ਦੱਸਤਾ ਵੀ ਕੀ ਹੋਏਗਾ, ਇੱਕ ਅੱਧੀ ਮਾਤਰਾ ਦੇ ਉੱਤੇ ਤਾਂ ਸ਼ਬਦ ਦੀ ਕਿਸਮ ਦਾ ਫਰਕ ਪੈਂਦਾ ਹੀ ਨਹੀਂ, ਬਹੁਤ ਵੱਡਾ ਫਰਕ ਹੋਊਗਾ। ਮਤਲਬ ਕਿ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂਗਾ ਵੀ ਇਸ ਦੇ ਵਿੱਚ 40 ਹੋਣੀ ਚਾਹੀਦੀਆਂ ਨੇ, ਉੱਥੇ ਜੇ 39 ਹੋ ਗਈਆਂ, ਇਹਦਾ ਮਤਲਬ ਐਂ ਥੋੜ੍ਹੀ ਗੋਲੀ ਚੱਲ ਜੂਗੀ, ਫਿਰ ਵੀ ਉਹੀ ਛੰਦ ਰਹੂਗਾ, ਐਡਾ ਕੋਈ ਵਾਲਾ ਫਰਕ ਨਹੀਂ ਪੈਂਦਾ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਧਿਆਨ ਦੇ 'ਚ ਰੱਖੋਗੇ। ਛੰਦ ਨੇ ਜਿਹੜੇ ਉਹ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੇ ਹੁੰਦੇ ਨੇ ਜੀ, ਵਰਨਿਕ ਛੰਦ, ਮਾਤ੍ਰਿਕ ਛੰਦ ਅਤੇ ਨੰਬਰ 3 ਗਣਿਕ ਛੰਦ। ਜਿਹੜਾ ਵਰਨਿਕ ਛੰਦ ਹੁੰਦਾ ਹੈ, ਵਰਨ ਦਾ ਅਰਥ ਹੈ ਅੱਖਰ, ਮਤਲਬ ਕਿ ਕੁਝ ਛੰਦ ਅਜਿਹੇ ਹੋਣਗੇ ਜਿਹਦੇ ਵਿੱਚ ਆਪਾਂ ਨੇ ਅੱਖਰਾਂ ਦੀ ਗਿਣਤੀ ਕਰਨੀ, ਜਿਹੜੀ ਮੈਂ ਹੁਣ ਤੁਹਾਨੂੰ ਸਿਖਾ ਕੇ ਹਟਿਆ ਨਾ ਵੀ ਲਘੂ ਵਰਨ ਅਤੇ ਗੁਰੂ ਵਰਨ, ਉਹ ਮਾਤਰਾ ਦੀ ਗਿਣਤੀ ਕੀਤੀ ਆਪਾਂ ਨੇ, ਕਾਹਦੀ, ਮਾਤਰਾ ਦੀ। ਅੱਖਰਾਂ ਦੀ ਗਿਣਤੀ ਤਾਂ ਸਿੰਪਲ ਹੈ। ਹੁਣ ਅੱਖਰਾਂ ਦੇ ਵਿੱਚ ਕੀ ਗਿਣਤੀ ਹੈ, ਮੰਨ ਕੇ ਚਲੋ ਸ਼ਬਦ ਲਿਖਿਆ ਹੋਇਆ ਇੱਥੇ ਸਰਲ ਸ਼ਬਦ ਲਿਖਿਆ ਹੋਇਆ, ਤਾਂ ਇਹ 'ਚ ਗਿਣੋ ਸੱਸਾ ਇੱਕ, ਰਾਰਾ ਦੋ, ਲੱਲਾ ਤਿੰਨ, ਤਾਂ ਇਹਦੇ ਵਿੱਚ ਵਰਨ ਕਿੰਨੇ ਹੋ ਗਏ, ਤਿੰਨ। ਤਾਂ ਆਪਾਂ ਕੀ ਕਰਿਆ ਕਰਾਂਗੇ, ਵਰਨ ਨੂੰ ਗਿਣ ਕੇ ਫਿਰ ਆਪਾਂ ਛੰਦ ਦੱਸਿਆ ਕਰਾਂਗੇ, ਉਹਨੂੰ ਆਪਾਂ ਕਹਾਂਗੇ ਜੀ ਵਰਨਿਕ ਛੰਦ। ਵਰਨਿਕ ਛੰਦਾਂ ਵਿੱਚ ਕੇਵਲ ਵਰਨਾਂ ਜਾਂ ਅੱਖਰਾਂ ਦੀ ਗਿਣਤੀ ਕੀਤੀ ਜਾਂਦੀ ਹੈ, ਜਿਵੇਂ ਕਿ ਇਹਦੀਆਂ ਉਦਾਹਰਨਾਂ ਕਿਹੜੀਆਂ ਹੋ ਸਕਦੀਆਂ ਨੇ, ਕਵਿੱਤ ਅਤੇ ਕੋਰੜਾ। ਕਵਿੱਤ ਅਤੇ ਕੋਰੜਾ ਕਿਹੜੇ ਛੰਦ ਨੇ, ਵਰਨਿਕ ਛੰਦ ਨੇ, ਧਿਆਨ ਦੇ 'ਚ ਰੱਖਿਓ, ਕਵਿੱਤ ਅਤੇ ਕੋਰੜਾ ਵਰਨਿਕ ਛੰਦ ਨੇ। ਮਤਲਬ ਕਿ ਜਦੋਂ ਆਪਾਂ ਨੇ ਕਵਿੱਤ ਛੰਦ ਨੂੰ ਜਾਂ ਕੋਰੜਾ ਸ਼ਬਦ ਨੂੰ ਲੱਭਣਾ ਤਾਂ ਉੱਥੇ ਵਰਨਾਂ ਦੀ ਗਿਣਤੀ, ਅੱਖਰਾਂ ਦੀ ਗਿਣਤੀ ਕਰਨੀ ਹੈ, ਠੀਕ ਹੈ ਜੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਮਾਤ੍ਰਿਕ ਛੰਦ। ਮਾਤ੍ਰਿਕ ਦਾ ਮਤਲਬ ਮਾਤਰਾ ਗਿਣਨੀ। ਮਾਤਰਾ ਕਿਵੇਂ ਗਿਣਨੀ, ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਜਾਂ ਤਾਂ ਉੱਪਰ ਇੱਕ ਗਿਣਨਾ ਹੈ ਜਾਂ ਹੇਠਾਂ ਐਸ ਜੀ ਲਗਾ ਕੇ ਗਿਣਨਾ, ਮਤਲਬ ਇੱਕ ਜਾਂ ਦੋ ਗਿਣਨਾ ਇਹਨੂੰ, ਜਿਹੜਾ ਆਪਾਂ ਉੱਪਰ ਇਹ ਕੀਤਾ ਇਹ ਸਾਰੀ ਜਿਹੜੀ ਆਪਾਂ ਨੇ ਉੱਪਰ ਕਥਾ ਕੀਤੀ ਹੈ, ਠੀਕ ਹੈ। ਇਹ ਮਾਤਰਾ ਗਿਣਨ ਦੇ ਲਈ ਸੀ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ, ਠੀਕ ਹੈ ਜੀ। ਮਾਤ੍ਰਿਕ ਛੰਦ ਵਿੱਚ ਕੇਵਲ ਮਾਤਰਾ ਦੀ ਹੀ ਗਿਣਤੀ ਕੀਤੀ ਜਾਂਦੀ ਹੈ, ਵਰਨ ਜਾਂ ਅੱਖਰ ਦੀ ਗਿਣਤੀ ਵੱਧ ਜਾਂ ਘੱਟ ਹੋ ਸਕਦੀ ਹੈ। ਦੋਹਰਾ, ਸੋਰਠ ਮਾਤ੍ਰਿਕ ਛੰਦ ਨੇ ਇਹ, ਠੀਕ ਹੈ ਜੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਬੈਂਤ ਛੰਦ, ਜਿਵੇਂ ਇਹਨਾਂ ਨੂੰ ਆਪਾਂ ਅੱਗੇ ਤੁਹਾਨੂੰ ਕਰਕੇ ਦਿਖਾਵਾਂਗੇ ਹੈ ਨਾ, ਚੌਪਈ, ਤਾਂ ਇਹਨਾਂ ਨੂੰ ਆਪਾਂ ਮਾਤ੍ਰਿਕ ਛੰਦ ਦੇ 'ਚ ਰੱਖਦੇ ਹਾਂ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਗਣਿਕ ਛੰਦ ਵਿੱਚ ਗਣਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਤਾਂ ਆਪਾਂ ਸਮਝਦੇ ਹਾਂ, ਸਭ ਤੋਂ ਪਹਿਲੀ ਕਿਸਮ ਆ ਗਈ ਇਸ ਦੀ ਕਵਿੱਤ ਛੰਦ। ਤਾਂ ਕਵਿੱਤ ਛੰਦ ਦਾ ਪਹਿਲਾਂ ਰੂਲ ਸਮਝ ਲਓ। ਕਵਿੱਤ ਕੀ ਹੈ ਜੀ, ਇੱਕ ਵਰਨਿਕ ਛੰਦ ਹੈ। ਹੁਣ ਦੇਖੋ ਤੁਹਾਨੂੰ ਕੀ ਕਹਿੰਦਾ ਵੀ ਵਰਨਿਕ ਛੰਦ, ਇਹਦਾ ਮਤਲਬ ਵਰਨ ਗਿਣਨੇ ਨੇ, ਮਾਤਰਾ ਦੇ ਚੱਕਰਾਂ 'ਚ ਨਾ ਪੈ ਜਿਓ, ਅੱਖਰ ਗਿਣਨੇ ਨੇ, ਠੀਕ ਹੈ। ਤਾਂ ਇਹ ਇੱਕ ਵਰਨਿਕ ਛੰਦ ਹੈ। ਇਸ ਵਿੱਚ ਚਾਰ ਲੰਮੀਆਂ ਤੁਕਾਂ ਹੁੰਦੀਆਂ ਨੇ,
ਹਰ ਤੁਕ ਦੇ 2-2 ਚਰਨ ਹੁੰਦੇ ਨੇ, ਹਰ ਚਰਨ ਵਿੱਚ 2-2 ਵਿਸ਼ਰਾਮ ਹੁੰਦੇ ਨੇ। ਹੁਣ ਦੇਖੋ ਚਰਨ ਵੀ ਦੱਸਤਾ ਤੁਹਾਨੂੰ ਕੀ ਹੁੰਦੇ ਨੇ, ਵਿਸ਼ਰਾਮ ਵੀ ਦੱਸਤਾ ਤੁਹਾਨੂੰ ਕੀ ਹੁੰਦੇ ਨੇ, ਤੁਕਾਂ ਵੀ ਕੀ ਹੁੰਦੀਆਂ ਨੇ, ਸ਼ਬਦ ਦੱਸਤਾ ਆਪਾਂ ਨੇ। ਠੀਕ ਹੈ, ਹਰੇਕ ਤੁਕ ਦੇ 4 ਤੁਕਾਂਤਾਂ ਵਿੱਚੋਂ ਪਹਿਲੇ 3 ਤੁਕਾਂਤਾਂ ਵਿੱਚ 8-8 ਵਰਨਾਂ ਦਾ ਵਿਧਾਨ ਹੁੰਦਾ ਹੈ ਅਤੇ ਚੌਥੇ ਤੁਕਾਂਤ ਵਿੱਚ 7 ਜਾਂ ਕਈ ਵਾਰ 8 ਵਰਨ ਵੀ ਹੁੰਦੇ ਨੇ। ਅਰਥਾਤ ਕੀ ਹੁੰਦਾ ਹੈ ਕਿ ਜਿਹੜੀਆਂ ਮਤਲਬ ਕੁੱਲ ਅੱਖਰ ਨੇ, ਕੁੱਲ ਵਰਨ ਨੇ, ਉਹ 31 ਵੀ ਹੋ ਸਕਦੇ ਨੇ, 32 ਵੀ ਹੋ ਸਕਦੇ ਨੇ। ਮਤਲਬ ਚਾਹੇ ਅੱਖਰਾਂ ਦੀ ਗਿਣਤੀ 31 ਹੈ ਤਾਂ ਵੀ ਕਵਿਤਾ ਹੈ, ਠੀਕ, 31 ਕਵਿਤਾ ਜੁੜ ਗਈ ਗੱਲ ਹੈ ਨਾ, 32 ਕਵਿਤਾ। ਤਾਂ ਇਸ ਤਰੀਕੇ ਨਾਲ ਮਤਲਬ ਕੀ ਹੋ ਗਿਆ, ਕਹਿ ਸਕਦੇ ਆਪਾਂ ਕੁੱਲ ਮਿਲਾ ਕੇ ਕਿ ਇਹ ਕਵਿਤ ਛੰਦ ਹੋਊਗਾ। ਤਾਂ ਇਹਦੇ ਵਿੱਚ ਤੁਹਾਨੂੰ ਸਿਸਟਮ ਦੱਸਤਾ ਵੀ ਕੀ ਬਣੂਗਾ। ਦੇਖੋ ਜਿਵੇਂ ਇੱਥੇ ਸਮਝੋ, ਪਹਿਲਾਂ ਤਾਂ ਇਹਦੇ ਵਿੱਚ ਆਪਾਂ ਤੁਕਾਂ ਸਮਝੋ। ਠੀਕ ਹੈ, ਇੱਥੇ ਤੱਕ ਇੱਕ ਤੁਕ ਬਣ ਗਈ, ਇਹ ਸਾਰੀ ਚੱਲੀ ਚਲਾਈ ਇੱਥੇ ਤੱਕ ਤੁਕ ਬਣ ਗਈ। ਇਸ ਚੀਜ਼ ਨੂੰ ਧਿਆਨ ਦੇ 'ਚ ਰੱਖਿਓ ਕਿਉਂਕਿ ਪੂਰਨ ਵਿਸ਼ਰਾਮ ਜਾਣਾ ਹੈ ਤੋਂ ਬਾਅਦ ਲੱਗੇ ਇੱਕ ਤੁਕ ਬਣ ਗਈ ਇਹ ਸਾਰੀ ਪੂਰੀ। ਤਾਂ ਇਸ ਦੇ ਵਿੱਚ ਕੀ ਹੋਊਗਾ ਸਮਝੋ ਜੀ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜਾ ਇਹ ਪਹਿਲਾ ਵਿਸ਼ਰਾਮ ਆ ਗਿਆ, ਇਸ ਵਿਸ਼ਰਾਮ ਤੋਂ ਇਹ ਕੀ ਬਣ ਗਿਆ, ਇੱਕ ਤੁਕਾਂਗ ਕਹਿ ਸਕਦੇ ਹਾਂ, ਤੁਕਾਂਗ ਹੈ, ਇਹ ਇੱਕ ਤੁਕਾਂਗ ਹੈ, ਇਹ ਇੱਕ ਤੁਕਾਂਗ ਹੈ, ਇਹ ਇੱਕ ਤੁਕਾਂਗ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਠੀਕ ਹੈ, 2-2 ਚਰਨ ਹੁੰਦੇ ਨੇ, ਚਰਨ ਵੀ ਧਿਆਨ ਦੇ 'ਚ ਰੱਖੋ, ਚਰਨ ਵੀ ਮੈਂ ਦੱਸ ਦੇਣਾ ਤੁਹਾਨੂੰ। ਦੇਖੋ ਚਰਨ ਕੀ ਸੀ, ਇਹ ਸਾਰਾ ਇਹ ਮਤਲਬ ਇੱਕ ਚਰਨ ਹੈ, ਇਹ ਇੱਕ ਚਰਨ ਹੈ, ਹਰੇਕ ਚਰਨ ਦੇ ਵਿੱਚ ਕੀ ਹੋ ਗਿਆ, 2 ਤੁਕਾਂਗ ਹੋ ਗਏ। ਠੀਕ ਹੈ, ਇਹ ਚੀਜ਼ ਨੂੰ ਧਿਆਨ ਦੇ 'ਚ ਰੱਖੋ। ਹੁਣ ਗੱਲ ਸੁਣੋ, ਪਹਿਲੇ ਦੇ ਵਿੱਚ ਕੀ ਹੋਣਗੇ 8, ਠੀਕ ਹੈ ਅੱਖਰ, ਅਗਲੇ 'ਚ ਵੀ 8, ਅਗਲੇ 'ਚ ਵੀ 8, ਅਗਲੇ 'ਚ ਹੋ ਸਕਦਾ 7 ਹੋਣ ਜਾਂ 8 ਹੋਣ। ਠੀਕ ਹੈ, ਆਪਾਂ ਗਿਣਦੇ ਹਾਂ। ਦੇਖੋ 2 4 6 8, ਪਹਿਲੇ 'ਚ ਕਿੰਨੇ ਨੇ 8, 2 4 6 8, ਅਗਲੇ 'ਚ ਵੀ ਕਿੰਨੇ ਨੇ 8। ਅੱਖਰ ਗਿਣ ਰਹੇ ਆਪਾਂ ਡਾਇਰੈਕਟ, ਮਾਤਰਾ 'ਤੇ ਨਾ ਧਿਆਨ ਵਗ ਜੇ ਤੁਹਾਡਾ। ਠੀਕ ਹੈ, ਤਾਂ 2 4 6 8, ਅਗਲੇ ਤੁਕਾਂਗ 'ਚ ਕਿੰਨੇ ਨੇ 8, 2 4 6 ਅਤੇ 1 7, ਅਗਲੇ 'ਚ ਕਿੰਨੇ ਨੇ 7। ਤਾਂ ਇਸ ਤਰ੍ਹਾਂ 8 8 3 ਵਾਰ 8 ਅਤੇ 1 ਵਾਰ 7, ਤਾਂ 31 ਵਰਨ ਬਣ ਗਏ। ਕਿੰਨੇ ਬਣ ਗਏ 31। 31 ਵੀ ਹੋ ਸਕਦੇ ਨੇ, 32 ਵੀ ਹੋ ਸਕਦੇ ਨੇ। ਜੇ 32 ਹੋ ਗਏ ਹੁਣ ਇਹਦਾ ਮਤਲਬ ਨਵਾਂ ਛੰਦ ਥੋੜ੍ਹੀ ਬਣ ਗਿਆ ਉਹ। ਠੀਕ ਹੈ, ਸੇਮ ਹੀ ਹੈ, ਬਸ ਇਸ ਚੀਜ਼ ਨੂੰ ਧਿਆਨ ਦੇ 'ਚ ਰੱਖਿਓ ਕਿਉਂਕਿ ਛੋਟ ਲੈ ਲੈਂਦੇ ਆਪਾਂ, ਮਤਲਬ ਕਿ ਦੁਨੀਆਦਾਰੀ ਹੈ। ਠੀਕ ਹੈ, ਚੱਲਦਾ ਸਭ ਕੁਛ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਕੋਰੜਾ ਛੰਦ। ਤਾਂ ਜਿਹੜਾ ਕੋਰੜਾ ਛੰਦ ਹੈ ਇਹ ਵਰਨਿਕ ਛੰਦ ਹੈ। ਕਿਹੜਾ ਜੀ, ਵਰਨਿਕ ਛੰਦ ਹੈ। ਤਾਂ ਵਰਨਿਕ ਛੰਦ ਦੀ ਕੀ ਖਾਸੀਅਤ ਹੁੰਦੀ ਹੈ ਕਿ ਇਹਦੇ 'ਚ ਆਪਾਂ ਨੇ ਵਰਨ ਗਿਣਨੇ ਨੇ। ਕੀ ਗਿਣਨੇ ਨੇ ਜੀ, ਵਰਨ ਗਿਣਨੇ ਨੇ, ਮਾਤਰਾ ਦੇ ਚੱਕਰਾਂ 'ਚ ਨਹੀਂ ਪੈਣਾ। ਠੀਕ ਹੈ, ਤਾਂ ਇਸ ਦੀ ਪਛਾਣ ਕਰਨ ਲਈ ਵਰਨ ਗਿਣੇ ਜਾਂਦੇ ਹਨ। ਕੋਰੜਾ ਛੰਦ ਤੁਕਾਂ ਦੀ ਕੋਈ ਪਾਬੰਦੀ ਨਹੀਂ ਹੁੰਦੀ, 2 ਤੁਕਾਂ ਲੈ ਕੇ ਅੱਗੇ ਕਿੰਨੀਆਂ ਵੀ ਤੁਕਾਂ ਰੱਖੀਆਂ ਜਾ ਸਕਦੀਆਂ ਹਨ। ਕੋਰੜੇ ਦੀ ਹਰ ਤੁਕ ਵਿੱਚ 13 ਜਾਂ 14, ਸਮਝ ਗਏ, 31 ਜਾਂ 32 ਵਾਲਾ ਕਿਹੜਾ ਸੀ, ਕਵਿਤ ਸੀ। 13 ਜਾਂ 14 ਅੱਖਰਾਂ ਵਾਲਾ ਵਰਨਾਂ ਵਾਲਾ ਕਿਹੜਾ ਹੋਊਗਾ, ਕੋਰੜਾ। ਠੀਕ ਹੈ ਜੀ, ਕੋਰੜਾ ਛੰਦ ਹੋਊਗਾ। ਇਹਦੇ 'ਚ ਕੀ ਹੁੰਦਾ, ਵਿਸ਼ਰਾਮ ਹੋ ਸਕਦਾ 6 ਤੋਂ ਬਾਅਦ ਆ ਜੇ, ਤਾਂ 6 ਅਤੇ 7 ਅੱਖਰ ਵੀ ਹੋ ਸਕਦੇ ਨੇ। ਠੀਕ ਹੈ ਵੀ, 1 'ਚ 6 ਹੋ ਗਏ, 1 'ਚ 7, ਕਿਉਂਕਿ 13 ਵੀ ਹੋ ਸਕਦੇ ਨੇ। ਹੋ ਸਕਦਾ 1 7 ਤੋਂ ਬਾਅਦ ਵਿਸ਼ਰਾਮ ਆ ਜਾਏ, ਅਗਲੇ 'ਚ ਫੇਰ 7 ਹੋ ਜਾਣ। ਠੀਕ ਹੈ ਜੀ, ਤਾਂ ਇਸ ਤਰ੍ਹਾਂ 7 7 ਦੇ ਵੀ ਤੁਕਾਂਗ ਬਣ ਸਕਦੇ ਨੇ, 14 ਵਰਨ ਹੋ ਜਾਣਗੇ, ਅਤੇ 6 ਅਤੇ 7 ਦੇ ਹੀ ਬਣ ਸਕਦੇ ਨੇ। ਠੀਕ ਹੈ ਜੀ, ਇਹਨੂੰ ਆਪਾਂ ਐਗਜ਼ਾਮਪਲ 'ਚ ਸਮਝਾਂਗੇ, ਘਬਰਾਓ ਨਾ। ਠੀਕ ਹੈ, ਪਰ ਜ਼ਿਆਦਾਤਰ ਵਿਸ਼ਰਾਮ ਤੁਕ ਦੇ ਅੰਤ ਵਿੱਚ ਹੀ ਹੁੰਦਾ, ਮਤਲਬ ਕਿ 6 ਜਾਂ 7 ਤੋਂ ਬਾਅਦ ਵਿਸ਼ਰਾਮ ਆ ਵੀ ਸਕਦਾ, ਨਹੀਂ ਵੀ ਆ ਸਕਦਾ, ਤਾਂ ਵੀ ਆਪਾਂ ਤਾਂ ਕੀ ਗਿਣਨੇ ਨੇ ਜੀ, ਇੱਥੇ ਕਹਿ ਸਕਦੇ ਹਾਂ ਕਿ ਵਰਨ ਗਿਣਨੇ ਨੇ, ਅੱਖਰ ਗਿਣਨੇ ਨੇ, ਉਹ 13 ਜਾਂ 14 ਹੋਣੇ ਚਾਹੀਦੇ ਨੇ। ਠੀਕ ਹੈ, ਜਿਵੇਂ ਹੁਣ ਇੱਥੇ ਸਮਝੋ, ਤੁਸੀਂ ਇੱਥੇ ਸਮਝ ਜਾਓਗੇ। ਪਹਿਲਾਂ ਦੇਖੋ ਆਪਾਂ ਅੱਖਰ ਗਿਣਦੇ ਹਾਂ, ਇਹ ਇੱਕ ਤੁਕ ਹੋ ਗਈ, ਇਹ ਇੱਕ ਤੁਕ ਹੋ ਗਈ। ਤਾਂ ਇਸ ਤੁਕ ਦੇ ਵਿੱਚ ਆਪਾਂ ਨੇ ਅੱਖਰ ਗਿਣਨੇ ਨੇ, ਕੁੱਲ ਮਕਸਦ ਜਿਹੜਾ ਆਪਣਾ ਉਹ ਅੱਖਰਾਂ ਤੱਕ ਹੈ। ਤਾਂ ਅੱਖਰ ਆਪਾਂ ਗਿਣਦੇ ਹਾਂ ਇਹਦੇ 'ਚ ਵੀ ਕਿੰਨੇ ਨੇ। ਠੀਕ ਹੈ, ਜਦੋਂ ਅੱਖਰ ਗਿਣਾਂਗੇ ਤਾਂ ਸਭ ਕੁਛ ਆਪਣਾ ਕਲੀਅਰ ਹੋ ਜਾਊਗਾ। ਤਾਂ ਦੇਖੋ ਇਹਦੇ 'ਚ ਆਪਾਂ ਗਿਣਦੇ ਹਾਂ 3 4 5 6 7 8 9 10 11 12 13, ਤਾਂ ਕਿੰਨੇ ਹੋ ਗਏ, 13 ਹੋ ਗਏ। ਕੁੱਲ ਮਿਲਾ ਕੇ ਇਹਦੇ 'ਚ ਅੱਖਰ ਕਿੰਨੇ ਹੋ ਗਏ ਜੀ, 13 ਹੋ ਗਏ। ਵਰਨ ਕਿੰਨੇ ਹੋ ਗਏ, 13 ਹੋ ਗਏ। 13 ਵਾਲਾ ਕਿਹੜਾ ਹੈਗਾ, ਕੋਰੜਾ। ਅਤੇ ਇਹਦੇ 'ਚ ਗਿਣਦੇ ਹਾਂ 2 4 6 ਅਤੇ 8। ਠੀਕ ਹੈ, 9 9 ਅਤੇ ਅੱਗੇ ਕਿੰਨੇ ਨੇ ਜੀ, 4, ਕਿੰਨੇ ਹੋ ਗਏ, 13 ਹੋ ਗਏ। ਕਿੰਨੇ ਹੋ ਗਏ ਜੀ, 13 ਹੋ ਗਏ। ਹੁਣ ਇਹਦੇ ਵਿੱਚ ਤੁਹਾਨੂੰ ਕੀ ਰੂਲ ਸਮਝਾਇਆ ਸੀ ਅਸੀਂ ਨੇ, ਅੱਖਰ ਕਿੰਨੇ ਹੋ ਸਕਦੇ ਨੇ, 13 ਜਾਂ 14 ਹੋ ਸਕਦੇ ਨੇ। ਇਹ ਵੀ ਜਿਹੜੀ ਅਸੀਂ ਨੇ ਐਗਜ਼ਾਮਪਲ ਲਈ ਹੈ, ਇਹਦੇ ਵਿੱਚ ਕਿੰਨੇ ਨੇ ਜੀ, 13 ਨੇ, 14 ਵੀ ਹੋ ਸਕਦੇ ਸੀ। ਪਰ ਇਹਦੇ ਵਿੱਚ ਇਹ ਗੱਲ ਜਿਹੜੀ ਲਿਖੀ ਹੈ ਨਾ ਵੀ ਵਿਸ਼ਰਾਮ 6 ਤੋਂ ਵੱਧ ਹੋ ਵੀ ਸਕਦਾ, ਨਹੀਂ ਹੋਊਗਾ ਤਾਂ ਵੀ ਕੋਈ ਤੁਹਾਡੇ ਨਿਸ਼ਾਨਾ ਨਹੀਂ ਲਾਉਣ ਲੱਗਿਆ, ਉਡਾਣ ਨਹੀਂ ਲੱਗਿਆ ਤੁਹਾਨੂੰ ਇਸ ਦੁਨੀਆ ਤੋਂ ਕੋਈ। ਠੀਕ ਹੈ, ਤਾਂ 3 ਇੱਥੇ ਨੇ ਅਤੇ ਹੋ ਸਕਦਾ ਇੱਥੇ ਵਿਸ਼ਰਾਮ ਆ ਜਾਂਦਾ, ਸਮਝ ਗਏ, 6 ਤੋਂ ਬਾਅਦ ਆ ਜਾਂਦਾ। ਤਾਂ ਇੱਥੇ ਕਿੰਨਾ 4 6 ਤੋਂ ਵੱਧ ਵਿਸ਼ਰਾਮ ਆ ਜਾਂਦਾ, ਹੋ ਸਕਦਾ 7 ਤੋਂ ਵੱਧ ਵਿਸ਼ਰਾਮ ਆ ਜਾਂਦਾ ਹੈ ਨਾ। ਦੁੱਲਾ ਦੁੱਲਾ ਨਾਮ ਲੈ, ਜਾਂ ਇੱਦਾਂ ਹੁੰਦਾ, ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁਲਾਉਂਦੀ। ਠੀਕ ਹੈ, ਤਾਂ 6 ਤੋਂ ਬਾਅਦ ਆ ਸਕਦਾ ਸੀ, 6 ਤੋਂ ਬਾਅਦ ਆ ਸਕਦਾ ਸੀ, ਤਾਂ ਨੋ ਪ੍ਰੋਬਲਮ, ਇੱਥੇ ਵਿਸ਼ਰਾਮ ਆ ਵੀ ਸਕਦਾ ਸੀ, ਨਹੀਂ ਆਇਆ ਤਾਂ ਵੀ ਕੋਈ ਦਿੱਕਤ ਨਹੀਂ। ਆਪਾਂ ਨੇ ਕੁੱਲ ਅੱਖਰ ਗਿਣਨੇ ਨੇ, ਇੱਕ ਤੁਕ,
ਇੱਥੇ ਤੱਕ ਇਹ ਤੁੱਕ ਬਣ ਗਈ ਜੀ, ਕਿਉਂਕਿ ਇੱਥੇ ਡੰਡੀ ਲੱਗ ਗਈ। ਇਹ ਇੱਕ ਤੁੱਕ ਹੈ, ਇਹ ਇੱਕ ਤੁੱਕ ਹੈ। ਕਿੰਨੇ ਕਿੰਨੇ ਅੱਖਰ ਨੇ ਇਹਨਾਂ 'ਚ? 13 13 13 13 ਵਾਲਾ ਕਿਹੜਾ ਹੁੰਦਾ ਹੈ? ਕੋਰੜਾ ਛੰਦ ਹੁੰਦਾ ਹੈ। ਤਾਂ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਦੋਹਰਾ। ਇਹਨੂੰ ਦੋਹਰਾ ਵੀ ਕਹਿ ਦਿੱਤਾ ਜਾਂਦਾ, ਦੋਹਾ ਵੀ ਕਹਿ ਦਿੱਤਾ ਜਾਂਦਾ, ਦੋਹਰਾ ਵੀ ਕਹਿ ਦਿੱਤਾ ਜਾਂਦਾ ਹੈ। ਠੀਕ ਹੈ, ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਨਾਮ ਅਲੱਗ ਅਲੱਗ ਕਈ ਵਾਰ ਲੈ ਲਏ ਜਾਂਦੇ ਨੇ। ਦੋਹਰੇ ਵਿੱਚ 2 ਤੁੱਕਾਂ ਹੁੰਦੀਆਂ ਨੇ, ਦੋਹਰਾ 2 ਤੁੱਕਾਂ। ਠੀਕ ਹੈ, ਅਤੇ 4 ਚਰਨ ਹੁੰਦੇ ਨੇ। ਹਰ ਤੁੱਕ ਵਿੱਚ 24 ਮਾਤਰਾ ਹੁੰਦੀਆਂ ਨੇ, ਮਾਤਰਾ ਗਿਣਨੀਆਂ ਨੇ, ਕਿਉਂਕਿ ਦੋਹਰਾ ਛੰਦ ਕੀ ਇੱਕ ਮਾਤਰਿਕ ਛੰਦ ਹੈ। ਮਾਤਰਿਕ ਛੰਦ ਦੇ ਵਿੱਚ ਕੀ ਗਿਣਾਂਗੇ? ਮਾਤਰਾਵਾਂ ਗਿਣਾਂਗੇ। ਠੀਕ ਹੈ ਜੀ। ਹਰ ਤੁੱਕ ਵਿੱਚ 2 ਵਿਸ਼ਰਾਮ ਹੁੰਦੇ ਹਨ। ਪਹਿਲਾ ਵਿਸ਼ਰਾਮ 13 ਮਾਤਰਾ 'ਤੇ, ਦੂਜਾ ਵਿਸ਼ਰਾਮ ਹੈ ਜਿਹੜਾ ਉਹ 11 ਮਾਤਰਾ 'ਤੇ ਹੁੰਦਾ ਹੈ। ਪਹਿਲੀ ਤੁੱਕ ਦੇ ਵਿੱਚ ਕੀ ਹੋਣਗੀਆਂ? 13 ਅਤੇ 11। ਠੀਕ ਹੈ ਜੀ, 13 + 11 ਪਹਿਲੀ ਤੁੱਕ 'ਚ। ਅਗਲੀ ਤੁੱਕ 'ਚ ਵੀ ਕੀ ਹੋਣਗੀਆਂ? 13 + 11। ਤਾਂ ਇਸ ਤਰੀਕੇ ਨਾਲ ਕੀ ਹੋ ਜਾਣਗੇ ਇੱਥੇ 24, ਆਪਾਂ ਕਹਿ ਸਕਦੇ ਹਾਂ 24 ਨੇ ਜਿਹੜੇ ਉਹ ਵਰਨ ਹੋਣਗੇ। ਅਤੇ ਹੁਣ ਉਹੀ ਗੱਲ ਹੈ ਵੀ ਅਸੀਂ ਨੇ 24 ਦੱਸਤਾ, ਹੋ ਸਕਦਾ 23 ਹੋ ਜਾਣ ਤਾਂ ਵੀ ਦੋਹਰਾ ਹੀ ਰਹੂਗਾ, ਹੋ ਸਕਦਾ 25 ਹੋ ਜਾਣ 24 ਰਹਿਣ ਤਾਂ ਵੀ ਹੋ ਜੂਗਾ। ਇੱਕ ਅੱਧੀ ਤੋਂ ਉਰਾਂ ਪਰਾਂ ਛੁੱਟ ਲਈ ਜਾ ਸਕਦੀ ਹੈ, ਕੋਈ ਐਡੀ ਖਾਸ ਫਰਕ ਪੈਂਦਾ ਨਹੀਂ। ਠੀਕ ਹੈ ਜੀ, ਕਿਉਂਕਿ ਕੀ ਹੈ ਵੀ ਇਹਦੇ ਨੇੜੇ ਵਾਲੀ ਤਾਂ ਕੋਈ ਕਿਸਮ ਹੈ ਹੀ ਨਹੀਂ। ਠੀਕ ਹੈ, ਤਾਂ ਇੰਪੋਰਟੈਂਟ ਚੀਜ਼ਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ। ਦੂਜੀ ਤੁੱਕ ਵਿੱਚ ਵੀ ਇਹੀ ਅੱਖਰ ਹੁੰਦੇ ਨੇ। ਠੀਕ ਹੈ, ਅਤੇ ਤੁੱਕਾਂ ਦੇ ਅੰਤ 'ਤੇ ਜਾਂ ਦੂਜੇ ਤੋਂ ਚੌਥੇ ਦਾ ਕੀ ਹੁੰਦਾ? ਤੁਕਾਂਤ ਵੀ ਮਿਲਦਾ। ਤੁਕਾਂਤ ਮਤਲਬ ਅੰਤ ਵਾਲਾ ਅੱਖਰ ਵੀ ਮਿਲਦਾ ਹੈ। ਤਾਂ ਇਹਨੂੰ ਮੈਂ ਤੁਹਾਨੂੰ ਗਿਣ ਕੇ ਵੀ ਦੱਸੂਗਾ। ਠੀਕ ਹੈ ਜੀ, ਬਸ ਇੱਕ ਦੇ ਵਿੱਚ ਗਿਣ ਕੇ ਦੱਸਾਂਗੇ, ਬਾਕੀ ਦੇ 'ਚ ਤੁਸੀਂ ਖੁਦ ਗਿਣਿਆ ਕਰੋਗੇ। ਹੁਣ ਦੇਖੋ ਜੀ, ਇੱਥੇ ਪੱਪੇ ਨੂੰ ਕੀ ਲੱਗਿਆ? 2 ਲੈਂਕੜ, ਤਾਂ ਇਹਨੂੰ ਆਪਾਂ ਨੇ ਗਿਣਨਾ 2। ਠੀਕ ਹੈ, ਜਾਂ ਐਸ ਜੀ ਲਿਖ ਲਓ ਉਹ। ਠੀਕ ਹੈ, 2। ਇਹਨੂੰ 1, ਇਹਨੂੰ 1, ਕਿਉਂਕਿ ਰਾਰਾ ਮੁਕਤ ਹੈ, ਅਤੇ ਇਸ ਤੋਂ ਬਿਨਾਂ ਕਹਿ ਸਕਦੇ ਹਾਂ ਨੰਨਾ ਵੀ ਮੁਕਤ ਹੈ। ਤਾਂ ਇਹ, ਅਤੇ ਇੱਥੇ ਉਹੀ ਗੱਲ ਆ ਗਈ ਤੂੰ ਸ਼ਬਦ। ਤੂੰ ਦੇ ਨਾਲ ਆਪਾਂ ਦੁਲੈਂਕੜ ਦੇਖ ਲਈ, ਤਾਂ ਦੁਲੈਂਕੜ ਦੀਆਂ 2 ਬਣ ਗਈਆਂ। ਦੁਲੈਂਕੜ ਦੀਆਂ ਕੀ ਬਣ ਗਈਆਂ? 2 ਬਣ ਗਏ। ਇਹਨੂੰ ਮੈਂ 1 ਮਿੰਟ ਦੁਬਾਰੇ ਦੱਸਦਾ, ਤੁਹਾਨੂੰ ਸਾਰਾ ਕਲੀਅਰ ਹੋਏਗਾ। ਠੀਕ ਹੈ, ਆਪਾਂ ਇਹਨੂੰ ਸਪੈਸ਼ਲ ਜ਼ੂਮ ਕਰਕੇ ਦੇਖਦੇ ਹਾਂ ਕਿਉਂ ਆਪਾਂ ਕਮੀ ਰੱਖੀਏ, ਕਿਉਂਕਿ ਦੱਸਣੀ ਤੁਹਾਨੂੰ ਇੱਕ ਹੈ ਨਾ ਆਪਾਂ ਨੇ। ਤਾਂ ਦੇਖੋ ਜੀ, ਇਸ ਦੇ ਵਿੱਚ ਸਮਝੋ, ਪੱਪੇ ਨੂੰ ਦੁਲੈਂਕੜ ਲੱਗੀ ਸੀ ਤਾਂ ਇਹਦੀਆਂ 2 ਗਿਣਨੀਆਂ ਨੇ। ਰਾਰਾ ਮੁਕਤ ਹੈ, ਇਹਦੀ 1 ਗਿਣਨੀ ਹੈ। ਨੰਨੇ ਦੀ 1 ਗਿਣਨੀ ਹੈ। ਤਾਂ ਤੂੰ ਦੇ ਵਿੱਚ ਕੀ ਹੈ? ਗੁਰੂ ਹੈ ਇਹ, ਤਾਂ ਇਸ ਨੂੰ 2 ਗਿਣਨਾ ਹੈ। ਕਿਉਂਕਿ ਹੁਣ ਲਗਾਤਾਰ ਤਾਂ ਗਿਣਨੀ ਨਹੀਂ, ਕਿਉਂਕਿ ਆਲਰੇਡੀ ਕਿੰਨੀਆਂ ਆ ਗਈਆਂ? 2 ਆ ਗਈਆਂ। ਜੇ ਉੱਪਰਲੀਆਂ 2 ਜੋੜਤੀਆਂ ਟਿੱਪੀ ਵਾਲੀਆਂ ਤਾਂ ਗੜਬੜ ਹੋ ਗਈ, 4 ਹੋ ਗਈਆਂ। ਇੱਕ ਵਰਨ ਨਾਲ ਵੱਧੋ ਵੱਧ 2 ਮਾਤਰਾਵਾਂ ਹੋ ਸਕਦੀਆਂ ਨੇ। ਇਹ ਮੁਕਤ 1 ਹੋ ਗਈ, ਮੁਕਤ 1 ਹੋ ਗਈ, ਕੰਨਾ 2 ਹੋ ਗਈਆਂ, ਮੁਕਤ 1 ਹੋ ਗਈ, ਕੰਨਾ 2 ਹੋ ਗਈਆਂ। ਤਾਂ ਇਹਨੂੰ ਹੁਣ ਤੁਸੀਂ ਗਿਣੋ, 2 4 6 8 10। ਠੀਕ ਹੈ, 10 11 12 ਅਤੇ 13। ਦੇਖੋ 13 ਨੇ ਜਾਂ ਨਹੀਂ? ਪਹਿਲੇ ਚਰਨ ਦੇ ਵਿੱਚ 13 ਹੋ ਗਈਆਂ, ਸਮਝ ਗਏ। ਅਤੇ ਹੁਣ ਆਪਾਂ ਇਹਨੂੰ ਸਮਝਦੇ ਹਾਂ, ਅਗਲੇ ਨੂੰ। ਅਗਲਾ ਵੀ ਸਮਝਣਾ ਜ਼ਰੂਰੀ ਹੈਗਾ। ਇਹਦੇ ਵਿੱਚ 1 ਹੈ ਮੁਕਤ ਹੈ, ਘੱਗਾ ਮੁਕਤ ਹੈ 1, ਟੈਂਕਾ ਮੁਕਤ ਹੈ 1 1 1 ਮੁਕਤੇ ਨੇ ਇਹ। ਠੀਕ ਹੈ, 1। ਇਹ ਕੀ ਹੈ? ਗੁਰੂ ਹੈ, ਮਤਲਬ ਕਿ ਕਹਿ ਸਕਦੇ ਹਾਂ ਗੁਰੂ ਵਰਨ ਹੋ ਗਿਆ, ਤਾਂ ਇਹਦੀਆਂ 2। ਮੁਕਤ ਹੈ 1, ਇਹ 2। ਠੀਕ ਹੈ, ਮਤਲਬ ਕਿ ਇਹ ਗੁਰੂ ਨੇ। ਠੀਕ ਹੈ, ਤਾਂ ਇਹ 1। ਤਾਂ ਇਹਨੂੰ ਆਪਾਂ ਗਿਣਦੇ ਹਾਂ ਵੀ ਕਿੰਨਾ ਬਣੂਗਾ ਇਹਦਾ ਸਿਸਟਮ। 1 2 3 4 5 6 7 ਅਤੇ 9 11 ਬਣ ਗਈਆਂ ਨਾ ਸਹੀ? ਸਮਝ ਰਹੇ ਹੋ? ਇੱਕ ਵਾਰ ਦੁਬਾਰਾ ਸੁਣ ਲਓ। ਗੁਰੂ ਨੂੰ 2 ਗਿਣਨਾ ਅਤੇ ਜਿਹੜਾ ਲਘੂ ਸੀ ਉਸ ਨੂੰ 1 ਗਿਣਨਾ, ਉਸ ਤੋਂ ਬਾਅਦ ਟੋਟਲ ਕਰ ਦੇਣਾ। ਤਾਂ ਹੁਣ ਦੇਖੋ, 1 ਦੇ ਵਿੱਚ 13 ਹੋ ਗਈਆਂ, 1 ਦੇ ਵਿੱਚ 11 ਹੋ ਗਈਆਂ, ਤਾਂ 13 + 11 24 ਮਾਤਰਾ ਹੋ ਗਈਆਂ। 24 ਮਾਤਰਾ ਵਾਲਾ ਕਿਹੜਾ ਹੁੰਦਾ? ਦੋਹਰਾ ਛੰਦ ਹੁੰਦਾ। ਸਿੰਪਲ ਜੀ ਗੱਲ ਹੈ। ਹੁਣ ਮੈਂ ਤੁਹਾਨੂੰ ਅੱਗੇ ਡਾਇਰੈਕਟ ਗਿਣਤੀ ਦੱਸਦਾ ਜਾਵਾਂਗਾ ਜੀ, ਤੁਸੀਂ ਗਿਣਨਾ ਸਿੱਖ ਚੁੱਕੇ ਹੋ। ਠੀਕ ਹੈ, ਇਹਨੂੰ ਇੱਕ ਵਾਰ ਦੇਖ ਲਓ, ਇਹਦਾ ਸਕਰੀਨਸ਼ਾਟ ਲੈ ਲਓ, ਬਾਅਦ ਵਿੱਚ ਤੁਸੀਂ ਦੇਖਿਓ ਵੀ ਮੈਂ ਕਿਵੇਂ ਗਿਣੀਆਂ ਨੇ। ਠੀਕ ਹੈ ਜੀ, ਤਾਂ ਇਹਨੂੰ ਤੁਸੀਂ ਨੋਟ ਕਰ ਲਓ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਚਪਈ ਛੰਦ। ਚਪਈ ਛੰਦ ਕੀ ਇੱਕ ਮਾਤਰਿਕ ਛੰਦ ਹੈ। ਮਾਤਰਿਕ ਛੰਦ ਦੇ ਵਿੱਚ ਮਾਤਰਾਵਾਂ ਗਿਣਨੀਆਂ ਪੈਣਗੀਆਂ। ਚਪਈ ਦਾ ਅਰਥ ਹੈ 4 ਪੱਟ ਜਾਂ 4 ਚਰਨਾਂ ਵਾਲਾ ਛੰਦ। ਇਸ ਛੰਦ ਵਿੱਚ 4 ਚਰਨ ਹੁੰਦੇ ਹਨ। ਹਰ ਚਰਨ ਵਿੱਚ 15 ਜਾਂ 16 ਮਾਤਰਾਵਾਂ ਹੁੰਦੀਆਂ ਨੇ। ਠੀਕ ਹੈ, ਅੰਤ ਵਿੱਚ ਤੁਕਾਂਤ ਮੇਲ ਹੁੰਦਾ। ਪਹਿਲਾ ਵਿਸ਼ਰਾਮ ਜਿਹੜਾ ਉਹ 8 'ਤੇ, ਦੂਸਰਾ ਜਿਹੜਾ ਉਹ 7 'ਤੇ ਜਾਂ 8 'ਤੇ। ਮਤਲਬ ਪਹਿਲਾ ਜਿਹੜਾ ਉਹ ਤਾਂ ਫਿਕਸ ਹੈ, 8 'ਤੇ ਹੈ। ਦੂਸਰਾ ਹੋ ਸਕਦਾ 7 'ਤੇ ਹੋਵੇ, ਤਾਂ ਮਾਤਰਾਵਾਂ ਕਿੰਨੀਆਂ ਹੋ ਜਾਣਗੀਆਂ ਇਹਦੇ 'ਚ? 15 ਹੋ ਸਕਦਾ। ਪਹਿਲਾ 8 'ਤੇ ਹੈ, ਦੂਸਰਾ ਵੀ 8 'ਤੇ ਹੋ ਜਾਏ, ਕਿੰਨੀਆਂ ਹੋ ਜਾਣਗੀਆਂ? 16। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ 1 2 ਦੀ 1 ਦੀ ਜਿਹੜੀ ਛੋਟ ਹੈ ਉਹ ਆਪਾਂ ਨੂੰ ਲੈ ਲੈਣੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਸਮਝਣਾ। ਤਾਂ ਹੁਣ ਇਹਦੇ 'ਚ ਆਪਾਂ ਇੱਕ ਹੋਰ ਮੈਂ ਤੁਹਾਨੂੰ ਗਿਣ ਕੇ ਦੱਸ ਦਿੰਦਾ, ਮੇਰਾ ਚੀਜ਼ਾ ਕਰਿਆ ਜਾਂਦਾ ਗਿਣਨ ਨੂੰ ਫਿਰ। ਠੀਕ ਹੈ, ਤਾਂ ਇਹਦੇ ਵਿੱਚ ਦੇਖੋ ਜੀ, ਜੱਜਾ ਕੀ ਹੈ? ਮੁਕਤ ਹੈ। ਜੱਜਾ ਕੀ ਹੈ? ਮੁਕਤ ਹੈ। ਤਾਂ ਮੁਕਤੇ ਨੂੰ ਗਿਣਨਾ 1। ਦੱਦਾ ਕੀ ਹੈ? ਮੁਕਤ ਹੈ 1। ਤਾਂ ਤੋਂ ਕੀ ਹੈ? ਦੀਰਘ ਮਾਤਰ ਹੈ। ਠੀਕ ਹੈ, ਤਾਂ ਇਹਨੂੰ ਆਪਾਂ 2 ਗਿਣਨਾ, ਅਤੇ 2 ਤਾਂ ਗਿਣ ਲਿਆ, ਨਾਲ ਬਿੰਦੀ ਸੀ, ਗਿਣਨ ਦੀ ਲੋੜ ਨਹੀਂ, ਕਿਉਂਕਿ ਇੱਕ ਵਰਨ ਨਾਲ ਸਿਰਫ 2 ਹੀ ਹੋ ਸਕਦੀਆਂ ਨੇ ਵੱਧੋ ਵੱਧ। ਠੀਕ ਹੈ, ਤਾਂ ਵੀਰਾ
ਨੂੰ 2 ਇਹਨੂੰ 2 ਇਹਨੂੰ 2 ਰਾਰਾ ਮੁਕਤ ਹੈ 1 ਇਹ 1 ਇਹ 2 ਇਹ 2 ਤਾਂ ਇਹਨੂੰ ਆਪਾਂ ਗਿਣਦੇ ਹਾਂ ਵੀ ਦੇਖਦੇ ਹਾਂ ਸਹੀ ਬਣਦਾ ਜਾਂ ਨਹੀਂ 2 4 6 8 10 ਠੀਕ ਹੈ ਜੀ 10 12 ਅਤੇ 13 14 15 16 ਤਾਂ ਦੇਖੋ ਜੀ ਕੁੱਲ ਮਾਤਰਾਵਾਂ ਕਿੰਨੀਆਂ ਹੋ ਗਈਆਂ ਆਪਣੇ ਕੋਲ 16 ਹੋ ਗਈਆਂ। ਤਾਂ ਇਸ ਤਰੀਕੇ ਨਾਲ ਗਿਣਨੀਆਂ ਹੁੰਦੀਆਂ ਨੇ। ਇਹ ਤਾਂ ਆਪਾਂ ਨੇ 16 ਗਿਣ ਲਈਆਂ ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਤੁਸੀਂ ਇਹ ਵੀ ਤਾਂ ਦੇਖੋ ਇੱਥੇ ਵਿਸ਼ਰਾਮ ਚਿੰਨ੍ਹ ਸੀ, ਇੱਧਰ ਵਾਲੀਆਂ ਕਿੰਨੀਆਂ ਸੀ 8 ਤਾਂ ਇੱਧਰ ਵਾਲੀਆਂ ਕਿੰਨੀਆਂ ਸੀ 8 8 ਤੋਂ ਬਾਅਦ ਕੀ ਆ ਗਿਆ ਵਿਸ਼ਰਾਮ, ਇਸ ਤੋਂ ਬਾਅਦ ਅੱਗੇ ਕਿੰਨੀਆਂ ਆ ਗਈਆਂ ਫਿਰ 8 ਠੀਕ ਹੈ 8 8 ਦਾ 8 ਤੋਂ ਬਾਅਦ ਵਿਸ਼ਰਾਮ ਆ ਗਿਆ, ਕੁੱਲ 16 ਨੇ ਠੀਕ ਹੈ। ਤਾਂ ਇਹ ਵੀ ਹੋ ਸਕਦਾ ਸੀ ਵੀ 8 ਆ ਗਈਆਂ ਉਸ ਤੋਂ ਬਾਅਦ ਅਗਲੇ 'ਚ 7 ਹੋਣ ਠੀਕ ਹੈ 15 ਹੀ ਬਣ ਸਕਦੀ ਸੀ। ਤਾਂ ਇੱਦਾਂ ਗਿਣਤੀ ਉਰਾਂ ਪਰਾਂ ਥੋੜ੍ਹੀ ਬਹੁਤ ਹੋ ਜਾਂਦੀ ਹੈ ਠੀਕ ਹੈ। ਤਾਂ ਇਹਦਾ ਟੈਨਸ਼ਨ ਤੁਸੀਂ ਨਾ ਲਿਓ। ਤਾਂ ਅਗਲੇ ਦੇ ਵਿੱਚ ਵੀ ਕੀ ਹੈ ਜੀ 8 8 ਦਾ ਠੀਕ ਹੈ। ਤਾਂ ਇਸ ਦਾ ਤੁਸੀਂ ਸਮਝ ਗਏ ਚੌਪਾਈ ਦੇ ਵਿੱਚ ਕੀ ਹੋਊਗਾ ਕੁੱਲ 16 ਹੋਣਗੀਆਂ ਜਾਂ 15 ਹੋਣਗੀਆਂ, ਬਸ ਕੁੱਲ ਧਿਆਨ ਰੱਖੋ। ਇੱਕ ਵਿਸ਼ਰਾਮ 8 'ਤੇ ਵਿਸ਼ਰਾਮ ਹੋਏਗਾ ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇੱਕ ਇਹ ਚੀਜ਼ਾਂ ਨੂੰ ਧਿਆਨ 'ਚ ਰੱਖੋ, ਪਹਿਲਾਂ ਤਾਂ ਸਭ ਤੋਂ ਮੇਨ ਗੱਲ ਤਾਂ ਇਹੀ ਹੈ ਨਾ ਵੀ ਤੁਹਾਨੂੰ ਇਹ ਪਤਾ ਹੋਵੇ ਚੌਪਾਈ ਕਿਹੜਾ ਛੰਦ ਹੈ, ਮਾਤਰਿਕ ਛੰਦ ਹੈ। ਮਾਤਰਾ ਹੀ ਗਿਣੋਗੇ ਨਾ, ਕਿਤੇ ਚੌਪਾਈ ਛੰਦ ਲੱਭ ਰਹੇ ਹੋਵੋ ਤੁਸੀਂ ਗਿਣੀ ਅੱਖਰ ਜਾਓ ਤਾਂ ਉੱਥੇ ਗੜਬੜ ਹੋਊਗੀ ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਧਿਆਨ ਦੇ 'ਚ ਰੱਖੋਗੇ। ਦਵਈਆ, ਤਾਂ ਜਿਹੜਾ ਦਵਈਆ ਛੰਦ ਹੈ ਜੀ ਇਹ ਕਿੱਸਾਕਾਰਾਂ ਦਾ ਸਭ ਤੋਂ ਇੰਪੋਰਟੈਂਟ ਛੰਦ ਆਪਾਂ ਕਹਿ ਸਕਦੇ ਹਾਂ। ਇਸ ਤੋਂ ਬਾਅਦ ਅਗਲਾ ਜੋ ਛੰਦ ਹੈ ਜੀ ਦਵਈਆ। ਦਵਈਆ ਜੋ ਛੰਦ ਹੈ ਇਹ ਇੱਕ ਮਾਤਰਿਕ ਛੰਦ ਹੈ। ਤਾਂ ਇਹਦੀਆਂ ਮਾਤਰਾਵਾਂ ਨੂੰ ਆਪਾਂ ਨੇ ਗਿਣਨਾ ਹੈਗਾ। ਤਾਂ ਮਾਤਰਿਕ ਛੰਦ ਹੈ ਅਤੇ ਮਾਤਰਾਵਾਂ ਇਸ ਦੀਆਂ ਹੁੰਦੀਆਂ ਨੇ ਜੀ 28 ਠੀਕ ਹੈ 28 ਨੇ। ਅਤੇ 16 ਵਾਰਾਂ ਦਾ ਇਹਦੇ 'ਚ ਕੀ ਇੱਕ ਸਮੂਹ ਹੈ, ਮਤਲਬ ਕਿ 16 ਤੋਂ ਬਾਅਦ ਵਿਸ਼ਰਾਮ ਆਏਗਾ ਠੀਕ ਹੈ। ਤਾਂ ਉਹ ਵਿਸ਼ਰਾਮ ਪਲੱਸ 12 ਮਤਲਬ 16 ਅਤੇ ਉਸ ਤੋਂ ਬਾਅਦ ਵਿਸ਼ਰਾਮ ਫਿਰ 12 ਠੀਕ ਹੈ। ਤਾਂ 16 12 ਦਾ ਇਸ ਦੇ ਵਿੱਚ ਜੋਟਾ ਬਣੇਗਾ ਠੀਕ ਹੈ। 2 2 ਤੁਕਾਂ ਦਾ ਤੁਕਾਂਤ ਮਿਲਦਾ ਹੈ, ਜਿਵੇਂ ਕਿ ਇੱਥੇ ਮਿਲੇਗਾ ਦੇਖੋ ਨਿਤਰਾਹੀ ਫਾਹੀ। ਤਾਂ ਇਹੀ ਹੈ ਨਾ ਤੁਕਾਂਤ, ਕਿ ਤੁਕ ਦਾ ਅੰਤ ਕੀ ਸ਼ਬਦ ਹੈ ਨਿਤਰਾਹੀ ਫਾਹੀ। ਤਾਂ ਇਹਨਾਂ ਦਾ ਤੁਕਾਂਤ ਵੀ ਮਿਲਦਾ ਹੋਏਗਾ। ਤਾਂ ਇਸ ਚੀਜ਼ ਨੂੰ ਵੀ ਧਿਆਨ ਦੇ 'ਚ ਤੁਸੀਂ ਰੱਖੋਗੇ। ਨੈਕਸਟ ਆਪਾਂ ਮੇਨ ਟਾਰਗੇਟ ਕੀ ਹੈ ਵੀ ਦਵਈਆ ਦੇ ਵਿੱਚ 28 ਹੁੰਦੀਆਂ ਨੇ ਠੀਕ ਹੈ 28 28। ਤਾਂ ਇਹਨਾਂ ਨੂੰ ਗਿਣਤਾ ਹੁਣ ਤੁਸੀਂ ਲਾਓਗੇ ਦੇਖੋ 16 ਅਤੇ ਉਸ ਤੋਂ ਬਾਅਦ ਵਿਸ਼ਰਾਮ ਫਿਰ ਅੱਗੇ 12 ਤਾਂ ਇਸ ਤਰ੍ਹਾਂ 28 ਬਣ ਗਈਆਂ। ਇਸੇ ਤਰ੍ਹਾਂ ਇੱਥੇ 16 ਵਿਸ਼ਰਾਮ 28 ਬਣ ਗਈਆਂ ਠੀਕ ਹੈ। ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ 'ਚ ਰੱਖੋਗੇ। ਅਤੇ ਇੱਕ ਗੱਲ ਦੋਸਤੋ ਹੋਰ ਮੈਂ ਜੋ ਤੁਹਾਨੂੰ ਪਹਿਲਾਂ ਵੀ ਦੱਸੀ ਹੈ ਠੀਕ ਹੈ ਵੀ ਹੁਣ ਇੱਥੇ 28 ਦਾ ਆਪਾਂ ਨੇ ਅੰਕੜਾ ਦੇ ਦਿੱਤਾ, ਹੋ ਸਕਦਾ 29 ਬਣ ਜਾਣ। ਤਾਂ 29 ਨਾਲ ਤੁਸੀਂ ਕਿਹੜੀ ਕਿਸਮ ਕਹੋਗੇ, ਫਿਰ ਵੀ ਤਾਂ ਦਵਈਏ ਬਣੂਗੀ। ਹੋ ਸਕਦਾ ਤੁਹਾਡੇ ਗਿਣ 'ਚ ਫਰਕ ਰਹਿ ਜੀ ਤੁਸੀਂ 29 ਬਣਾਓਗੇ ਠੀਕ ਹੈ। ਤਾਂ ਇੱਦਾਂ ਉੱਥੇ ਗਲਤ ਨਾ ਤੁਸੀਂ ਕਰਿਆ ਆਇਓ, ਗਿਣਨ ਬਹਿ ਗਏ ਤਾਂ ਆਪਦਾ ਹੁਣ ਇਹ ਚੀਜ਼ ਨੂੰ ਚੰਗੀ ਤਰ੍ਹਾਂ ਯਾਦ ਕਰਿਓ ਵੀ 28 ਹੈ ਜਿਹੜਾ ਉਸ ਦੇ ਨੇੜੇ ਵਾਲਾ ਦਵਈਆ ਹੀ ਹੈ ਠੀਕ ਹੈ। ਤਾਂ ਇਸ ਚੀਜ਼ ਨੂੰ ਧਿਆਨ 'ਚ ਰੱਖੋਗੇ। ਲਾਸਟ ਵਿੱਚ ਆਪਾਂ ਰਿਵੀਜ਼ਨ ਵੀ ਕਰਾਂਗੇ ਕਿਉਂਕਿ ਮੈਨੂੰ ਪਤਾ ਅੱਜ ਦਾ ਲੈਕਚਰ ਥੋੜ੍ਹਾ ਜਿਹਾ ਕੀ ਹੋ ਗਿਆ, ਯਾਦ ਰੱਖਣ ਵਾਲੀਆਂ ਚੀਜ਼ਾਂ 'ਚ ਬਾਹਲੀਆਂ ਹੋ ਗਈਆਂ ਟਿੱਪੀਕਲ ਦੀਆਂ ਚੀਜ਼ਾਂ ਠੀਕ ਹੈ। ਲਾਸਟ ਵਿੱਚ ਆਪਾਂ ਇਹਨਾਂ ਨੂੰ ਸਮ ਅਪ ਕਰ ਲਾਂਗੇ। ਤਾਂ ਦੇਖੋ ਜੀ ਬੈਂਤ ਛੰਦ, ਬੈਂਤ ਹੈ ਜਿਹੜਾ ਇਹ ਵਾਰਸ ਸ਼ਾਹ ਹੋਰ ਦਾ ਫੇਵਰੇਟ ਰਿਹਾ ਠੀਕ ਹੈ, ਲੰਮਾ ਹੈ ਪੂਰਾ। ਬੈਂਤ ਅਰਬੀ ਭਾਸ਼ਾ ਤੋਂ ਆਇਆ ਹੈ। 2 ਤੁਕਾਂ ਦਾ ਮਾਤਰਿਕ ਛੰਦ ਹੋਣ ਕਾਰਨ ਇਹ ਲੰਮੀ ਰਚਨਾ ਲਈ ਬੜਾ ਉਚਿਤ ਮੰਨਿਆ ਜਾਂਦਾ ਹੈ। ਬੈਂਤ ਦੀਆਂ ਕਈ ਕਿਸਮਾਂ ਹਨ, ਜਿਵੇਂ 4 ਤੁਕਾਂ ਤੋਂ ਲੈ ਕੇ ਇਹ 20 22 ਤੁਕਾਂ ਤੱਕ ਦਾ ਹੋ ਸਕਦਾ ਹੈ ਠੀਕ ਹੈ। ਮਤਲਬ ਕਿ 4 ਤੋਂ ਸ਼ੁਰੂ ਹੋ ਕੇ ਕਿੰਨੀਆਂ ਵੀ ਤੁਕਾਂ ਇਸ ਦੇ 'ਚ ਹੋ ਸਕਦੀਆਂ ਨੇ। ਇਸ ਦੀ ਲੰਬਾਈ ਜਿਹੜੀ ਉਹ ਮਤਲਬ ਕਾਫੀ ਇੱਥੋਂ ਤੱਕ ਦੇਖੀ ਜਾ ਸਕਦੀ ਹੈ। ਹਰ ਤੁਕ ਦੇ 'ਚ 40 ਮਾਤਰਾ ਠੀਕ ਹੈ। ਇਹ ਕੀ ਹੈ ਮਾਤਰਿਕ ਛੰਦ ਹੈ। ਬੈਂਤ ਕੀ ਹੈ ਮਾਤਰਿਕ ਛੰਦ। ਮਾਤਰਾਵਾਂ ਕਿੰਨੀਆਂ ਹੋਣਗੀਆਂ 40 ਹੋਣਗੀਆਂ। ਵਿਸ਼ਰਾਮ ਹੈ ਜਿਹੜਾ ਉਹ 20 20 'ਤੇ ਹੋਏਗਾ, ਪਰ ਜ਼ਰੂਰੀ ਨਹੀਂ 20 'ਤੇ ਹੋਵੇ, ਹੋ ਸਕਦਾ ਇੱਕ ਪਾਸੇ 19 ਹੋਣ ਇੱਕ ਪਾਸੇ 21 ਫਿਰ ਵੀ ਜੋੜ ਕਰਕੇ 40 ਬਣਨ, ਸਮਝ ਗਏ। ਤਾਂ ਇੱਦਾਂ ਇੰਨੀ ਕੁ ਛੋਟ ਲੈ ਲਈ ਜਾਂਦੀ ਹੈ। 20 20 'ਤੇ ਹੋਏਗਾ 20 ਮਾਤਰਾਵਾਂ ਪੂਰੀਆਂ ਹੋ ਗਈਆਂ ਵਿਸ਼ਰਾਮ ਫਿਰ ਅਗਲੇ 'ਚ ਫਿਰ 20 ਠੀਕ ਹੈ। ਪਰ ਜ਼ਰੂਰੀ ਨਹੀਂ ਇਹ, ਕਿਉਂਕਿ ਹੋ ਸਕਦਾ 19 ਤੋਂ ਬਾਅਦ ਵਿਸ਼ਰਾਮ ਆ ਜੇ ਅਗਲੇ 'ਚ 21 ਹੋਣ ਠੀਕ ਹੈ। ਤਾਂ ਇੱਦਾਂ ਮਤਲਬ ਛੋਟ ਥੋੜ੍ਹੀ ਬਹੁਤ ਹੈਗੀ ਹੈ। ਹੁਣ ਤੁਸੀਂ ਇਹਦੇ 'ਚ ਦੇਖੋਗੇ ਤਾਂ ਇਹਦੇ 'ਚ ਆਪਣੇ ਕੋਲ 20 ਬਣ ਗਈਆਂ ਅਤੇ ਇਹਦੇ 'ਚ ਵੀ 20 ਬਣ ਗਈਆਂ। ਤਾਂ 20 ਆ ਦੇਖੋ 20 ਇਸ ਚਰਨ ਦੇ ਵਿੱਚ ਕੀ ਹੋ ਗਈਆਂ 20 ਹੋ ਗਈਆਂ। ਤਾਂ ਅਗਲੇ ਦੇ ਵਿੱਚ ਇਸ ਦੇ ਵਿੱਚ ਫਿਰ 20 ਹੋ ਗਈਆਂ। ਤਾਂ 20 'ਤੇ ਵੀ ਆਪਣੇ ਕੋਲ 40 ਮਾਤਰਾਵਾਂ ਹੋ ਗਈਆਂ ਨੇ ਠੀਕ ਹੈ। ਇਹਨਾਂ ਨੂੰ ਗਿਣਨਾ ਮੈਂ ਤੁਹਾਨੂੰ ਦੱਸ ਦਿੱਤਾ, ਇੱਕ ਵਾਰ ਗਿਣਿਓ ਟਰਾਈ ਕਰਿਓ ਠੀਕ ਹੈ। ਅਤੇ ਅਦਰਵਾਈਜ਼ ਦੋਸਤੋ ਮੈਂ ਰਿਫਰੈਂਸ ਦੇਣੀ ਚਾਹਾਂ ਤਾਂ ਤੁਸੀਂ ਇਸ ਦੀ ਰਿਫਰੈਂਸ ਵੀ ਚੈੱਕ ਕਰ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਅਕੋਰਡਿੰਗ ਟੂ ਕਿਸ ਦੇ ਅਕੋਰਡਿੰਗ ਇਹ ਚੀਜ਼ਾਂ ਤੁਹਾਨੂੰ ਐਗਜ਼ਾਮਪਲਾਂ ਜਿਹੜੀਆਂ ਉਹ ਦੇ ਰਿਹਾ ਠੀਕ ਹੈ। ਕੋਈ ਡਾਊਟ ਲੱਗੇ। ਅਤੇ ਲਾਸਟ ਵਿੱਚ ਇੱਕ ਚੀਜ਼ ਹੋਰ ਮੈਂ ਜੋ ਤੁਹਾਡੇ ਨਾਲ ਖਾਸ ਹੁਣ ਡਿਸਕਸ ਕਰਨੀ ਹੈ ਕਿ ਇਹਨਾਂ ਨੂੰ ਆਪਾਂ ਰਿਵਾਈਜ਼ ਕਰੀਏ ਇੱਕ ਵਾਰ, ਮਤਲਬ ਸਮ ਅਪ ਕਰੀਏ। ਤਾਂ ਇਹਨੂੰ ਤੁਸੀਂ ਲੈਕਚਰ ਨੂੰ ਮੈਂ ਸਹੀ 2 ਮਿੰਟਾਂ ਦੇ ਵਿੱਚ ਮਤਲਬ ਹੁਣ ਇਕੱਠਾ ਕਰ ਦੇਣਾ। ਦੇਖੋ ਜੀ ਗੱਲ ਸੁਣੋ, ਵਰਨ 2 ਤਰ੍ਹਾਂ ਮਾਤਰਾਵਾਂ ਨੂੰ 2 ਤਰ੍ਹਾਂ ਗਿਣਾਂਗੇ। ਇੱਕ ਤਾਂ ਲਘੂ, ਲਘੂ ਨੂੰ 1 ਗਿਣਨਾ ਠੀਕ ਹੈ। ਲਘੂ ਨੂੰ 1 ਗਿਣਨਾ। ਲਘੂ ਦੇ ਵਿੱਚ ਕੀ ਆਉਣਗੇ ਇਹੀ ਮੁਕਤਾ ਸਿਹਾਰੀ ਔਂਕੜ ਠੀਕ ਹੈ। ਇਸ ਤੋਂ ਬਾਅਦ ਗੱਲ ਕਰੀਏ ਆਪਾਂ ਗੁਰੂ, ਗੁਰੂ ਵਰਨ ਦੇ ਵਿੱਚ ਆਪਾਂ 2 ਹਰੇਕ ਨੂੰ ਕਿੰਨਾ ਗਿਣਨਾ 2। ਤਾਂ ਇਹਦਾ ਸਾਈਨ ਇਸ ਵਰਗਾ ਹੁੰਦਾ ਠੀਕ ਹੈ, ਉਹਦਾ ਇੱਕ ਇੱਦਾਂ ਸਿੰਪਲ ਨਿਸ਼ਾਨ ਹੈ ਠੀਕ ਹੈ। ਤਾਂ ਇਹਦੇ 'ਚ ਇਹ ਸਭ ਆ ਗਈਆਂ ਠੀਕ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ
ਛੰਦ ਨੇ ਜਿਹੜੇ ਉਹ ਤਿੰਨ ਤਰ੍ਹਾਂ ਦੇ ਨੇ। ਵਰਨਿਕ ਜਿਹਦੇ 'ਚ ਵਰਨ ਗਿਣਾਂਗੇ, ਮਾਤਰਿਕ ਜਿਹਦੇ 'ਚ ਮਾਤਰਾ ਗਿਣਾਂਗੇ, ਗਣਿਕ ਜਿਹਦੇ 'ਚ ਗਣਾ ਦਾ ਧਿਆਨ ਰੱਖਿਆ ਜਾਵੇਗਾ। ਨੈਕਸਟ ਆਪਾਂ ਗੱਲ ਕਰਦੇ ਹਾਂ ਕਵਿੱਤ। ਬਸ ਇਹ 'ਚ ਮੈਂ ਮੇਨ ਚੀਜ਼ਾਂ ਦੱਸ ਰਹੇ ਹਾਂ। ਕਵਿੱਤ 'ਚ ਤੁਸੀਂ ਕੀ ਯਾਦ ਕਰੋਗੇ? ਕਵਿੱਤ ਦੇ ਵਿੱਚ ਅੱਖਰ ਕਿੰਨੇ ਹੋਣਗੇ? 31 ਜਾਂ 32, 31 ਜਾਂ 32। ਨੈਕਸਟ ਆਪਾਂ ਗੱਲ ਕਰਦੇ ਹਾਂ ਕੋਰੜਾ। ਕੋਰੜਾ ਦੇ ਵਿੱਚ ਕੀ ਗਿਣਨਾ ਹੈ? ਵਰਨ। ਇਹ ਇੱਕ ਵਰਨਿਕ ਛੰਦ ਹੈ, ਤਾਂ ਇਹ 'ਚ ਵਰਨ ਕਿੰਨੇ ਹੋਣਗੇ? ਹੋ ਸਕਦਾ 13 ਹੋਣ, ਹੋ ਸਕਦਾ 14 ਹੋਣ। ਠੀਕ ਹੈ, ਸਿੰਪਲ ਬਸ ਚੀਜ਼ਾਂ ਯਾਦ ਕਰੋ। ਉਸ ਤੋਂ ਬਾਅਦ ਦੋਹਰਾ। ਦੋਹਰਾ ਕੀ ਇੱਕ ਮਾਤਰਿਕ ਛੰਦ ਹੈ, ਤਾਂ ਇਸ ਵਿੱਚ ਮਾਤਰਾਵਾਂ ਗਿਣਨੀਆਂ ਨੇ, ਕਿੰਨੀਆਂ ਹੋਣਗੀਆਂ? 24। ਨੈਕਸਟ ਗੱਲ ਕਰਦੇ ਹਾਂ ਆਪਾਂ ਚੌਪਈ। ਚੌਪਈ ਛੰਦ ਕੀ ਇੱਕ ਮਾਤਰਿਕ ਛੰਦ ਹੈ, ਮਾਤਰਾਵਾਂ ਗਿਣਨੀਆਂ ਨੇ, ਕਿੰਨੀਆਂ ਹੋਣਗੀਆਂ? 16। ਉਹ 16 ਹੋ ਸਕਦੇ ਨੇ, ਹੋ ਸਕਦੇ 15 ਹੋਣ, ਕੋਈ ਐਡਾ ਫਰਕ ਨਹੀਂ ਪੈਂਦਾ। ਨੈਕਸਟ ਗੱਲ ਆ ਗਈ ਦਵਈਆ। ਦਵਈਆ ਦੇ ਵਿੱਚ ਕਿੰਨੀਆਂ ਹੋਣਗੀਆਂ? 28 ਮਾਤਰਾਵਾਂ ਹੋਣਗੀਆਂ, ਸਿੰਪਲ ਜੀ ਗੱਲ ਹੈ। ਨੈਕਸਟ ਗੱਲ ਆ ਗਈ ਵੈਂਤ ਛੰਦ ਦੀ। ਵੈਂਤ ਛੰਦ ਦੇ ਵਿੱਚ ਕਿੰਨੀਆਂ ਹੋਣਗੀਆਂ? 40 ਹੋਣਗੀਆਂ। ਹੁਣ ਸਿੰਪਲ ਚੀਜ਼ਾਂ ਯਾਦ ਹੋ ਗਈਆਂ ਨਾ। ਆਪਾਂ ਨੇ 6 ਛੰਦ ਪੜ੍ਹੇ ਨੇ, 4 ਕੀ ਨੇ? ਮਾਤਰਿਕ ਨੇ, 2 ਕੀ ਨੇ? ਵਰਨਿਕ ਨੇ। ਵਰਨਿਕ ਦੇ ਵਿੱਚ ਵਰਨ ਗਿਣਨੇ ਨੇ, ਮਾਤਰਿਕ ਦੇ ਵਿੱਚ ਮਾਤਰਾਵਾਂ ਗਿਣਨੀਆਂ ਨੇ। ਗਿਣਨੀਆਂ ਕਿੱਦਾਂ ਨੇ ਉਹ ਆਪਾਂ ਨੇ ਦੱਸ ਦਿੱਤੀਆਂ ਨੇ। ਤਾਂ ਅੱਜ ਦੀ ਕਲਾਸ ਹੁੰਦੀ ਹੈ ਦੋਸਤੋ ਸਮਾਪਤ। ਕਲਾਸ ਕਿਸ ਤਰ੍ਹਾਂ ਦੀ ਲੱਗੀ ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਟੌਪਿਕ ਵੀ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਨੇ, ਉਹਨਾਂ ਟੌਪਿਕਸ ਨੂੰ ਤੁਸੀਂ ਜ਼ਰੂਰ ਦੇਖਿਓ। ਠੀਕ ਹੈ, ਇੰਜੋਏ ਕਰਿਓ। ਇੱਕ ਘੈਂਟ ਚੀਜ਼ ਸੀ, ਸਮਝਣ ਵਾਲੀ ਸੀ, ਪੂਰਾ ਦਿਮਾਗ ਖੋਲ੍ਹ ਕੇ। ਇਹੀ ਕਲਾਸ ਤੋਂ ਬਾਅਦ ਤੁਹਾਨੂੰ ਕਨਸੈਪਟ ਜਿਹੜਾ ਉਹ ਵਧੀਆ ਕਲੀਅਰ ਹੋਇਆ ਜਾਂ ਨਹੀਂ, ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਦੱਸਿਓ, ਮੈਂ ਇੰਤਜ਼ਾਰ ਕਰਾਂਗਾ। ਥੈਂਕ ਯੂ ਸੋ ਮੱਚ।